ਨਾਲ ਜੁੜਨਾ ਕਰਾਂਗੇ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਪੰਜਵਾ। ਅਨਹਦ ਵਾਜੈ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦ ਕੇਲਾ। ਸਹਿਜ ਗੁਫਾ ਮਹਿ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਫਿਰ ਘੇਰੇ ਆਪਣੇ ਗ੍ਰਹਿ ਮਹਿ ਆਇਆ, ਜੋ ਲੋੜੀਂਦਾ ਸੋਈ ਪਾਇਆ। ਤ੍ਰਿਪਤਿ ਅਗਾਏ ਰਹਾ ਹੈ ਸੰਤ ਹੋ, ਗੁਰ ਅਨਪਉ ਪੁਰਖ ਦਿਖਾਰਿਆ ਜੀਓ। ਤ੍ਰਿਪਤਿ ਅਗਾਏ ਰਹਾ ਹੈ ਸੰਤ ਹੋ, ਗੁਰ ਅਨਪਉ ਪੁਰਖ ਦਿਖਾਰਿਆ ਜੀਓ। ਵਾਹਿਗੁਰੂ। ਇਹ ਪਵਿੱਤਰ ਬਚਨ ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ, ਸ਼ਾਹੇ ਸ਼ਹਿਨਸ਼ਾਹ, ਛਤਰ ਚਬਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਜਿਸ ਵੇਲੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਤਾ ਗੱਦੀ ਪ੍ਰਾਪਤ ਕਰਕੇ ਆਸਨ 'ਤੇ ਬੈਠ ਕਰਕੇ ਸਿੰਘਾਸਨ 'ਤੇ ਬਿਰਾਜਮਾਨ ਹੋ ਕਰਕੇ ਸੰਗਤਾਂ ਨੂੰ ਤਾਰਨ ਲੱਗੇ, ਤਾਂ ਸਤਿਗੁਰਾਂ ਦੇ ਕੋਲ ਅਨੇਕਾਂ ਤਰ੍ਹਾਂ ਦੇ ਲੋਕ ਆ ਕੇ ਮਿਲਣ ਲੱਗੇ ਔਰ ਬ੍ਰਹਮ ਗਿਆਨ ਦੇ ਬਾਰੇ ਸਤਿਗੁਰਾਂ ਦੇ ਕੋਲੋਂ ਗਿਆਨ ਪ੍ਰਾਪਤ ਕਰਨ ਲੱਗੇ, ਉਪਦੇਸ਼ ਲੈਣ ਲੱਗੇ। ਤਾਂ ਉਹਨਾਂ ਸਮਿਆਂ ਦੇ ਵਿੱਚ ਦੱਸਦੇ ਹੈ, ਇੱਕ ਜੋਗੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਇਆ, ਜਿਸ ਦੀ ਬੜੀ ਲੰਬੀ ਉਮਰ ਸੀ ਔਰ ਸਤਿਗੁਰਾਂ ਦੇ ਨਾਲ ਅਧਿਆਤਮਿਕ ਵਿਸ਼ੇ 'ਤੇ ਵਿਚਾਰਾਂ ਕਰਨ ਲੱਗਿਆ। ਕਹਿੰਦਾ ਜੀ, ਸਾਡੀ ਯੋਗ ਮਤ ਅਨੁਸਾਰ ਇੱਕ ਤਾਰਾਂ ਨਾਲ ਵੱਜਣ ਵਾਲੇ ਬਾਜੇ ਹਨ, ਤੰਤੀ ਬਾਜੇ। ਇੱਕ ਚੰਮ ਦੇ ਨਾਲ ਵੱਜਣ ਵਾਲੇ ਮਿਰਦੰਗ, ਢੋਲ, ਨਗਾਰੇ ਆਦਿ ਜੋੜੀਆਂ ਬਾਜਿਆਂ ਨੂੰ ਬਿੱਤ ਸ਼ਬਦ ਕਿਹਾ ਜਾਂਦਾ ਹੈ। ਕਾਂਸੀ ਦੇ ਬਰਤਨ ਵਿੱਚੋਂ ਨਿਕਲਣ ਵਾਲੀ ਆਵਾਜ਼ ਨੂੰ ਘਣ ਸ਼ਬਦ ਕਿਹਾ ਜਾਂਦਾ ਹੈ। ਘੜੇ ਉੱਤੇ ਹੱਥ ਮਾਰ ਕੇ ਉਹਦੇ ਵਿੱਚੋਂ ਆਵਾਜ਼ ਕੱਢਣੀ, ਉਹਨੂੰ ਨਾਦ ਕਿਹਾ ਜਾਂਦਾ ਹੈ। ਸਾਹਾਂ ਨਾਲ ਵਜਾਉਣ ਵਾਲੀਆਂ ਬੰਸਰੀਆਂ, ਇਸ ਤਰ੍ਹਾਂ ਦੇ ਅਨੇਕਾਂ ਬਾਜਿਆਂ ਦੀਆਂ ਆਵਾਜ਼ਾਂ ਅਸੀਂ ਸੁਣਦੇ ਹਾਂ। ਪਰ ਮਹਾਰਾਜ ਸਾਨੂੰ ਇਹ ਦੱਸੋ ਕਿ ਅਣਹਦ ਬਾਜੇ ਕਿਸ ਨੂੰ ਕਿਹਾ ਜਾਂਦਾ। ਇਹਨਾਂ ਬਾਜਿਆਂ ਬਾਰੇ ਤਾਂ ਅਸੀਂ ਸੁਣਿਆ, ਇਹਨਾਂ ਸਾਜ਼ਾਂ ਬਾਰੇ ਸੁਣਿਆ ਹੈ, ਪਰ ਕਿਰਪਾ ਕਰੋ ਜਿਹੜੇ ਅਣਹਦ ਬਾਜੇ ਹੈ, ਇਹਦਾ ਕੀ ਮਤਲਬ ਹੈ, ਇਹਦਾ ਕੀ ਅਰਥ ਹੈ, ਜਿਸ ਦਾ ਕੋਈ ਹੱਦ ਨਹੀਂ ਹੋ ਸਕਦੀ, ਉਹ ਕਿਹੜਾ ਬਾਜਾ ਹੈ? ਸਾਰੇ ਬਾਜੇ ਹੱਦ ਵਿੱਚ ਹਨ। ਧਰਤੀ ਪਾਣੀ ਦੇ ਕਾਰਨ ਹੱਦ ਵਾਲੀ ਹੈ, ਪਾਣੀ ਅੱਗ ਦੇ ਕਾਰਨ ਹੱਦ ਵਾਲਾ ਹੈ, ਭਾਵ ਅੱਗ ਪਾਣੀ ਨੂੰ ਮਚਾ ਦਿੰਦੀ ਹੈ, ਪਾਣੀ ਅੱਗ ਨੂੰ ਬੁਝਾ ਦਿੰਦਾ ਹੈ, ਇਹ ਸਭ ਹੱਦ ਵਿੱਚ ਹਨ। ਇਸੇ ਤਰ੍ਹਾਂ ਹੀ ਸਾਰਿਆਂ ਦਾ ਕਿਤੇ ਨਾ ਕਿਤੇ ਅੰਤ ਹੈ। ਪਰ ਅਸੀਂ ਤੁਹਾਡੇ ਬਚਨਾਂ 'ਚ ਸੁਣਿਆ ਅਣਹਦ ਬਾਜੇ, ਜਿਨ੍ਹਾਂ ਦੀ ਕੋਈ ਹੱਦ ਨਹੀਂ, ਜਿਨ੍ਹਾਂ ਦਾ ਕੋਈ ਅੰਤ ਨਹੀਂ, ਉਹ ਕਿਹੜੇ ਬਾਜੇ ਹਨ? ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਵੇਲੇ
ਉਸ ਜੋਗੀ ਨੂੰ ਗਿਆਨ ਦਿੰਦਿਆਂ ਹੋਇਆਂ ਸੰਗਤਾਂ ਨੂੰ ਵੀ ਬਖਸ਼ਿਸ਼ ਕੀਤੀ। ਕਹਿਣ ਲੱਗੇ ਕਿ ਜਿਹੜੇ ਅਣਹਦ ਵਾਜੇ ਹਨ ਉਹ ਮਨੁੱਖ ਦੇ ਅੰਦਰ ਵੱਜਦੇ ਆ। ਇਹਨਾਂ ਨੂੰ ਦੋ ਤਰ੍ਹਾਂ ਨਾਲ ਬੋਲਿਆ ਜਾਂਦਾ ਹੈ, ਅਣਹਦ ਅਤੇ ਅਣਹੱਤ। ਹੱਥ ਕਹਿ ਦਈਏ ਤਾਂ ਕਿਹਾ ਜਾਂਦਾ ਹੈ ਹੱਥ ਨਾਲ ਮਾਰ ਕੇ ਵਜਾਉਣ ਵਾਲੇ, ਜਿਵੇਂ ਢੋਲ ਆਦਿ। ਹੱਥ ਹੁੰਦਾ ਮਾਰਨਾ। ਇਹ ਬਿਨਾਂ ਕੁਝ ਵੀ ਮਾਰਿਆਂ ਵੱਜਦੇ ਹੈ, ਕਿਧਰੇ ਹੱਥ ਲਾਉਣ ਦੀ ਲੋੜ ਨਹੀਂ। ਤੰਤੀ ਸਾਜ਼ਾਂ ਦੀ ਤਾਰ ਖੜਕਾਉਣੀ ਪੈਂਦੀ ਆ, ਬਾਜੇ ਦੀ ਹਵਾ ਭਰਨੀ ਪੈਂਦੀ ਆ, ਢੋਲ 'ਤੇ ਹੱਥ ਮਾਰਨਾ ਪੈਂਦਾ, ਘੜੇ 'ਤੇ ਹੱਥ ਮਾਰਨਾ ਪੈਂਦਾ, ਫਿਰ ਵੱਜਦੇ ਆ। ਪਰ ਇਹਨਾਂ ਨੂੰ ਵਜਾਉਣ ਵਾਸਤੇ ਕਿਸੇ ਦੂਜੇ ਦੀ ਮਦਦ ਲੈਣ ਦੀ ਲੋੜ ਨਹੀਂ ਹੈ। ਇਹ ਅਣਹੱਤ ਵਾਜੇ ਹੈ ਅਤੇ ਇਹ ਅਣਹੱਦ ਵਾਜੇ ਹੈ ਜਿਨ੍ਹਾਂ ਨੂੰ ਵੱਜਦਿਆਂ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ, ਹਲੇ ਵੱਜੀ ਜਾਂਦੇ ਆ। ਤਾਂ ਸਤਿਗੁਰੂ ਪਾਤਸ਼ਾਹ ਜੀ ਫਿਰ ਉਸ ਵੇਲੇ ਇਹ ਸ਼ਬਦ ਆਰੰਭ ਕਰਦੇ ਹਨ ਜੋ ਅੱਜ ਆਪਾਂ ਸਰਵਣ ਕੀਤਾ। ਮਾਝ ਮਹੱਲਾ ਪੰਜਵਾ। ਅਣਹਦ ਵਾਜੈ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦ ਕੇਲਾ। ਸਹਿਜ ਗੁਫਾ ਮਹਿ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਸਿੱਖੋ ਜਦੋਂ ਕੋਈ ਆਪਣੇ ਅੰਦਰ ਜਾਂਦਾ ਹੈ, ਇਹ ਅੰਦਰਲੀ ਅਵਸਥਾ ਦੀ ਗੱਲ ਕੀਤੀ ਆ, ਭਗਤਾਂ ਨੇ ਵੀ ਕੀਤੀ ਆ। ਜਿਵੇਂ ਭਗਤ ਨਾਮਦੇਵ ਜੀ ਕਹਿੰਦੇ, ਅਨਮੜਿਆ ਮੰਦਲ ਬਾਜੈ, ਬਿਨ ਸਾਵਨ ਘਨ ਹਰ ਗਾਜੈ। ਹੁਣ ਅਸੀਂ ਤਾਂ ਵਜਾਉਣ ਵਾਲੀ ਦੀ ਗੱਲ ਕਰਦੇ ਹਾਂ, ਭਗਤ ਜੀ ਕਹਿੰਦੇ ਮੰਦਲ ਢੋਲ ਹੈ ਨਹੀਂ ਗਾ, ਬਿਨਾਂ ਮੜਿਆ ਹੋਇਆ ਢੋਲ ਵੱਜ ਰਿਹਾ। ਭਾਵ ਨਾ ਉੱਥੇ ਕੋਈ ਸਾਜ਼ ਹੈ, ਨਾ ਕੋਈ ਵਜਾਉਣ ਵਾਲਾ ਹੈ, ਲੇਕਿਨ ਆਵਾਜ਼ਾਂ ਆ ਰਹੀਆਂ ਨੇ। ਜਿਸ ਤਰ੍ਹਾਂ ਇੱਕ ਵਚਨ ਪਾਤਸ਼ਾਹ ਜੀ ਦਾ, ਇਸ ਘਰ ਮੈਂ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਜੇ ਕੋਈ ਮੈਨੂੰ ਇਸ ਸਰੂਪੀ ਘਰ ਦੇ ਵਿੱਚੋਂ ਮੇਰਾ ਘਰ ਵਿਖਾ ਦੇਵੇ ਤਾਂ ਮੈਂ ਉਸ ਨੂੰ ਗੁਰੂ ਮੰਨਾਂਗਾ, ਸਤਿਗੁਰੂ ਮੰਨਾਂਗਾ। ਮੈਂ ਕੁਝ ਲੱਛਣ ਸੁਣੇ ਆ ਇਸ ਘਰ ਦੇ ਕਿ ਉੱਥੇ 5 ਤਰ੍ਹਾਂ ਦੇ ਬਾਜੇ ਵੱਜਦੇ ਹੈ। ਪੰਜ ਸ਼ਬਦ ਧੁਨ ਘਾਰ, ਧੁਨ ਤਹਿ ਬਾਜੈ, ਸਾਚ ਸ਼ਬਦ ਨਿਸ਼ਾਨ। ਉੱਥੇ 5 ਤਰ੍ਹਾਂ ਦੀਆਂ ਵਾਜੇ ਵੱਜਦੇ ਆ, ਧੁਨਾਂ ਪੈ ਰਹੀਆਂ, ਨਿਸ਼ਾਨ ਕਹਿੰਦੇ ਆ, ਨਗਾਰਾ ਢੋਲ ਆਦਿ ਉਹ ਵੱਜ ਰਹੇ ਹਨ। ਕੋਈ ਮੈਨੂੰ ਉਸ ਘਰ ਦੀ ਜਾਣਕਾਰੀ ਦੇ ਦੇਵੇ, ਮੈਂ ਉਹਨੂੰ ਆਪਣਾ ਗੁਰੂ ਮੰਨਾਂਗਾ। ਅਤੇ ਉਹ ਘਰ ਜਿਹੜਾ ਹੈ ਤੁਹਾਡੇ ਸਰੀਰ ਰੂਪੀ ਘਰ ਦੇ ਵਿੱਚ ਹੀ ਆ, ਬਾਹਰ ਨਹੀਂ ਆ ਕਿਧਰੇ। ਇੱਕ ਦਿਨ ਬੈਠੇ ਬੈਠੇ ਨਾਮਦੇਵ ਜੀ ਆਪਣੀ ਭਗਤੀ ਵਿੱਚ ਮਗਨ ਤੇ ਗਾਉਣ ਲੱਗੇ, ਅਣਮੜਿਆ ਮੰਦਲ ਬਾਜੈ, ਬਿਨ ਸਾਵਨ ਘਨ ਹਰ ਗਾਜੈ, ਬਾਦਲ ਬਿਨ ਵਰਖਾ ਹੋਈ। ਤੋ ਜਿਹੜੇ ਉਹਨਾਂ ਦੇ ਸੰਗੀ ਸਾਥੀ ਬੈਠੇ ਸਨ, ਉਹ ਕਹਿਣ ਲੱਗੇ, ਮਹਾਰਾਜ ਜੀ ਇਹ ਕਿੱਥੋਂ ਦੀਆਂ ਗੱਲਾਂ ਕਰ ਰਹੇ ਹੋ? ਕਿੱਥੇ ਬਿਨਾਂ ਮੜਿਆ ਢੋਲ ਵੱਜ ਰਿਹਾ ਹੈ, ਕਿੱਥੇ ਬਿਨਾਂ ਸੌਣ ਤੋਂ ਬੱਦਲ ਆ ਗਏ ਹਨ ਅਤੇ ਬਿਨਾਂ ਬੱਦਲਾਂ ਤੋਂ ਕਿੱਥੇ ਮੀਂਹ ਪੈ ਰਿਹਾ ਹੈ, ਸਾਨੂੰ ਇਹਦੇ ਬਾਰੇ ਦੱਸਣਾ ਕਰੋ। ਤਾਂ ਅਗਲਾ ਫਿਰ ਜਵਾਬ ਹੈ ਭਗਤ ਜੀ ਦਾ, ਚੋ ਤੱਤ ਵਿਚਾਰ ਹੈ ਕੋਈ। ਜਦੋਂ ਕੋਈ ਆਪਣੀ ਆਪ ਨੂੰ ਜਾਣਨਾ ਕਰੇ, ਤੱਤ ਦੀ ਪਛਾਣ ਕਰੇ, ਤਾਂ ਉਹਨੂੰ ਇਹ ਆਪਣੀ ਚੀਜ਼ਾਂ ਅੰਦਰੋਂ ਸੁਣਾਈ ਦਿੰਦੀਆਂ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜਦੋਂ ਕੋਈ ਇਸ ਤਰ੍ਹਾਂ ਆਪਣੇ ਅੰਦਰ ਜਾਂਦਾ ਹੈ ਤਾਂ ਉਸ ਨੂੰ ਇਹ ਚੀਜ਼ਾਂ ਆਪਣੇ ਅੰਦਰੋਂ ਹੀ ਸੁਣਾਈ ਦਿੰਦੀਆਂ ਹਨ, ਔਰ ਜਿਸ ਨੇ ਸੁਣਨੀਆਂ ਹੋਣ ਉਹ ਆਪਣੇ ਅੰਦਰ ਜਾ ਕੇ ਸੁਣ ਸਕਦਾ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ
ਅਣਮੜਿਆ ਮੰਦਲ ਬਾਜੈ, ਬਿਨ ਸਾਵਨ ਘਨ ਹਰ ਗਾਜੈ। ਬਾਦਲ ਬਿਨ ਬਰਖਾ ਹੋਈ, ਜੋ ਤਤ ਵਿਚਾਰੈ ਕੋਈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਇਹ ਅਵਸਥਾ ਪ੍ਰਾਪਤ ਕੀਤੀ, ਗੁਰੂ ਵਾਲੇ ਬਣ ਕੇ, ਭਾਵੇਂ ਕਿ 60-65 ਸਾਲ ਪਹਿਲਾਂ ਗੰਗਾ ਦੀ ਯਾਤਰਾ ਕਰਦੇ ਰਹੇ, ਪਰ ਇਹ ਖੇਡ ਨਹੀਂ ਸੀ ਬਣੀ ਉਹਨਾਂ ਦੇ ਜੀਵਨ ਦੇ ਨਾਲ। ਤੇ ਜਦੋਂ ਗੁਰੂ ਵਾਲੇ ਬਣੇ ਤੇ ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕੀਤੀ, ਫਿਰ ਉਹ ਘਟਨਾ ਘਟੀ ਤੇ ਫਿਰ ਕਹਿ ਉੱਠੇ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿ ਸੇਤੀ ਮਨ ਵਜੀਆਂ ਵਧਾਈਆਂ। ਫਿਰ 40 ਪੌੜੀਆਂ ਦਾ ਇਹ ਆਨੰਦ ਸਾਹਿਬ ਰਚਨਾ ਕੀਤਾ। ਤੇ ਜਿਹੜੀ ਅਵਸਥਾ ਆਨੰਦ ਸਾਹਿਬ ਦੇ ਵਿੱਚ ਲਿਖੀ ਆ, ਸਿੱਖੋ ਜੇ ਤੁਸੀਂ ਵੀ ਪ੍ਰਾਪਤ ਕਰਨੀ ਆ, ਕਿਉਂਕਿ ਕਿਸੇ ਚੀਜ਼ ਦੀ ਮਹਿਮਾ ਸੁਣੀ ਹੈ ਤੇ ਬੰਦੇ ਵਿੱਚ ਇੱਛਾ ਪੈਦਾ ਹੁੰਦੀ ਹੈ, ਇਹ ਮੈਨੂੰ ਵੀ ਪ੍ਰਾਪਤ ਹੋਵੇ। ਤੇ ਜਦ ਸਿੱਖਾਂ ਨੇ ਸਤਿਗੁਰੂ ਅਮਰਦਾਸ ਜੀ ਤੋਂ ਇਹ ਵਿਚਾਰਾਂ ਸੁਣੀਆਂ ਤੇ ਮਹਾਰਾਜ ਕਹਿਣ ਲੱਗੇ, ਜੀ ਇਹ ਸਾਨੂੰ ਕਿਵੇਂ ਪ੍ਰਾਪਤ ਹੋ ਸਕਦਾ? ਤਾਂ ਫਿਰ ਸਾਰੇ ਜਿਹੜੀਆਂ ਰਹਿਤਾਂ ਰੱਖਣੀਆਂ ਉਹ ਵੀ ਆਨੰਦ ਸਾਹਿਬ 'ਚ ਲਿਖੀਆਂ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ। ਫਿਰ ਸਾਰੇ ਗਿਆਨ ਇੰਦਰੀਆਂ ਨੂੰ ਸੰਬੋਧਨ ਕੀਤਾ, ਇਹ ਸਰਵਣੋ ਸਾਚੈ ਸੁਣਨੇ ਨੂੰ ਪਠਾਏ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਭਾਵ ਜਿੰਨਾ ਕੁਝ ਆਨੰਦ ਸਾਹਿਬ ਦੀਆਂ ਪੌੜੀਆਂ 'ਚ ਲਿਖਿਆ, ਉਹਨਾਂ ਨੂੰ ਤੁਸੀਂ ਆਪਣੇ ਜੀਵਨ ਦੇ ਪ੍ਰੈਕਟੀਕਲ 'ਚ ਕਰ ਲਓ। ਸਕੂਲ 'ਚ ਪੜ੍ਹਾਈ ਹੁੰਦੀ ਹੈ ਨਾ, ਇੱਕ ਤਾਂ ਕਿਤਾਬਾਂ 'ਚ ਹੁੰਦੀ ਹੈ, ਇੱਕ ਪ੍ਰੈਕਟੀਕਲ ਕਰਾਉਂਦੇ ਆ। ਗੁਰੂ ਸਾਹਿਬ ਕਹਿੰਦੇ ਇਹ ਚੀਜ਼ਾਂ ਦਾ ਪ੍ਰੈਕਟੀਕਲ ਕਰੋ ਜ਼ਿੰਦਗੀ 'ਚ। ਫਿਰ ਕੀ ਹੋਵੇਗਾ? 40ਵੀਂ ਪੌੜੀ, ਆਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਆਨੰਦ ਦਾ ਮਤਲਬ ਵੀ ਅਨਹਦ ਵਾਜੇ ਹੀ ਆ, ਪਰ ਅਸੀਂ ਕਹਿੰਦੇ ਹਾਂ ਆਨੰਦ ਸੁਣੋ ਵਡ ਭਾਗੀ ਹੋ। ਇਹ ਆਨੰਦ ਨਹੀਂ ਹੈ। ਆਨੰਦ ਮਾਣਿਆ ਜਾਂਦਾ ਹੈ, ਅਨਹਦ ਸੁਣਿਆ ਜਾਂਦਾ ਹੈ। ਕੋਈ ਸਤਨਾਮ ਸ੍ਰੀ, ਅਨਹਦ ਦਾ ਆਨੰਦ ਮਾਣਿਆ ਜਾਂਦਾ ਹੈ। ਤੋ ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਜਦੋਂ ਤੁਸੀਂ ਉਸ ਤੱਤ ਦੀ ਆਵਾਜ਼ ਨੂੰ ਸੁਣ ਲਿਆ, ਜ਼ਮੀਰ ਦੀ ਆਵਾਜ਼ ਨੂੰ ਸੁਣ ਲਿਆ, ਆਪਣੀ ਆਤਮਾ ਦੀ ਉਸ ਆਵਾਜ਼ ਨੂੰ ਜਦੋਂ ਸੁਣ ਲਿਆ ਨਾ, ਤਾਂ ਫਿਰ ਕੀ ਹੋਵੇਗਾ? ਆਨੰਦ ਸੁਨੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰ ਸੇ। ਸਰ ਸੇ, ਸਰ ਵਰਗੇ। ਸਰ ਕੀ ਹੈ? ਸਰੋਵਰ। ਪਰਮੇਸ਼ਰ ਦੇ ਪਿਆਰੇ ਸਰੋਵਰ ਦੀ ਤਰ੍ਹਾਂ ਪਵਿੱਤਰ ਹੋ ਗਏ। ਦੂਸਰਾ ਅਰਥ ਹੈ, ਸੱਸਾ ਅੱਡ ਕਰਕੇ ਫਿਰ ਪਿਛਲੇ ਦੋਨੇ ਜੋੜ ਲਓ, ਸਰਸੇ, ਰਸ ਨਾਲ ਭਰ ਗਏ। ਉਹ ਰੱਬ ਦੇ ਪਿਆਰੇ ਪਵਿੱਤਰ ਹੋ ਗਏ, ਰਸ ਨਾਲ ਭਰ ਗਏ। ਪੂਰੇ ਗੁਰ ਤੇ ਜਾਣੀ, ਇਹ ਗੱਲ ਜਿਹੜੀ ਹੈ ਮੈਨੂੰ ਪੂਰੇ ਗੁਰੂ ਤੋਂ ਪ੍ਰਾਪਤ ਹੋਈ, ਭਾਵ ਦੂਜੇ ਪਾਤਸ਼ਾਹ ਜੀ ਤੋਂ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ। ਬਿਨਵੰਤ ਨਾਨਕ ਗੁਰਚਰਨ ਲਾਗੇ, ਵਾਜੇ ਅਨਹਦ ਤੂਰੇ। ਆਓ ਇਹਨਾਂ ਅਨਹਦ ਵਾਜਿਆਂ ਨੂੰ ਸੁਣਨ ਦੇ ਲਈ ਆਪਾਂ ਗੁਰੂ ਦੇ ਚਰਨੀ ਲੱਗੀਏ। ਗੁਰੂ ਚਰਨਾਂ ਦੇ ਵਿੱਚ ਬੈਠ ਕਰਕੇ ਅਸੀਂ ਇਹ ਚੀਜ਼ਾਂ ਸੁਣ ਸਕਦੇ ਹਾਂ। ਔਰ ਜੋ ਬਾਣੀ 'ਚ ਲਿਖਿਆ, ਇਹ ਸਾਰੀਆਂ ਘਟਨਾਵਾਂ ਮਨੁੱਖ ਦੇ ਸਰੀਰ ਵਿੱਚ ਘਟਦੀਆਂ। ਐਸੀ ਕੋਈ ਵੱਡੀ ਗੱਲ ਨਹੀਂ ਹੈ ਕਿ ਨਾ ਘਟਦੀਆਂ ਹੋਣ, ਘਟਦੀਆਂ। ਔਰ ਜਿਨ੍ਹਾਂ ਦੇ ਅੰਦਰ ਘਟੀਆਂ, ਉਹਨਾਂ ਦੇ ਅੰਦਰੋਂ ਹੀ ਇਹ ਸ਼ਬਦ ਉਚਾਰਨ ਹੋਏ ਆ, ਭਗਤਾਂ ਦੇ, ਸਤਿਗੁਰਾਂ ਦੇ। ਤਾਂ ਪੰਜਵੇਂ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਜਦੋਂ ਇਹ ਮਨੁੱਖ ਆਪਣੇ ਅੰਦਰ ਗਿਆ, ਜੋਗੀ ਨੂੰ ਸਮਝਾਉਂਦੇ ਹੋਏ, ਜੋਗੀ ਕਹਿੰਦੇ ਅਸੀਂ ਗੁਫਾ ਵਿੱਚ ਤਾੜੀਆਂ ਲਾ ਕੇ, ਅੱਖਾਂ ਮੀਚ ਕੇ, ਧਿਆਨ ਜੋੜ ਕੇ ਕਿੰਨਾ ਕਿੰਨਾ ਚਿਰ ਬੈਠਦੇ ਹਾਂ, ਪਰ ਬੈਠਦੇ ਕਿੱਥੇ ਹੈ? ਪਹਾੜਾਂ ਦੀਆਂ ਗੁਫਾਵਾਂ 'ਚ। ਧਰਤੀ 'ਤੇ ਬੈਠਦੇ ਤਾਂ ਹੈ, ਪਰ ਜਿਹਨੂੰ ਬਿਠਾਉਣਾ ਸੀ ਉਹ ਭੱਜਿਆ ਫਿਰਦਾ। ਬਿਠਾਉਣਾ ਮਨ ਨੂੰ ਸੀਗਾ, ਉਹ ਬਾਹਰ ਭੱਜਿਆ ਫਿਰਦਾ। ਕੇਵਲ ਚੌਂਕੜਾ ਮਾਰ ਕੇ ਬੈਠਣ ਨਾਲ ਗੱਲ ਨਹੀਂ ਬਣਨੀ। ਤਾਂ ਸਹਿਜ ਗੁਫਾ ਮਹਿ ਤਾੜੀ ਲਾਈ, ਆਸਨ ਊਸ ਸਵਾਰਿਆ ਜੀਓ। ਸਹਿਜ ਗੁਫਾ ਕਿੱਥੇ ਬਣਦੀ ਹੈ? ਤੁਹਾਡੇ ਅੰਦਰ, ਤੁਹਾਡੀ ਖੋਪੜੀ ਦੇ ਵਿੱਚ, 10ਵੇਂ ਦੁਆਰ ਦੇ ਵਿੱਚ। ਇਹਨੂੰ ਸਹਿਜ ਗੁਫਾ ਕਹਿੰਦੇ ਆ। ਅਸੀਂ ਘਰ ਵਿੱਚ ਬੈਠੇ ਹੋਏ ਜਾਂ ਗੁਰੂ ਘਰ 'ਚ ਬੈਠੇ ਹੋਏ ਉਸ ਗੁਫਾ ਵਿੱਚ ਵੜ ਸਕਦੇ ਹਾਂ, ਪਰ ਮਨੁੱਖ ਜਿਹੜਾ ਹੈ ਗੁਫਾ ਵਿੱਚ ਤਾਂ ਵੜ ਗਿਆ, ਪਰ ਆਪਣੇ ਅੰਦਰ ਨਹੀਂ ਵੜਿਆ।
ਬੁੱਲੇ ਸ਼ਾਹ ਕਹਿੰਦਾ, ਫੜਦਾ ਫਿਰੇ ਉੱਡਦੇ ਪੰਛੀਆਂ ਨੂੰ, ਕਦੇ ਆਪਣੇ ਆਪ ਨੂੰ ਫੜਿਆ ਹੀ ਨਹੀਂ। ਲੜਦਾ ਫਿਰੇ ਸੰਸਾਰ ਦੇ ਨਾਲ, ਤੂੰ ਕਦੇ ਆਪਣੇ ਨਫਸ ਨਾਲ ਲੜਿਆ ਹੀ ਨਹੀਂ। ਨਫਸ ਕਹਿੰਦੀ ਆ ਮਨ ਨੂੰ, ਇੰਦਰੀਆਂ ਦੇ ਫੁਰਨਿਆਂ ਨੂੰ। ਕਦੇ ਆਪਣੇ ਮਨ ਦੇ ਨਾਲ ਵੀ ਲੜਿਆ ਵੀ, ਟੇਕ ਕੇ ਬਹਿ ਜਾ। ਜਿਹੜੀ ਗੱਲ ਪਾਤਸ਼ਾਹ ਕਹਿੰਦੇ ਆ, ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਗੁਰੂ ਸਾਹਿਬ ਕਹਿੰਦੇ ਆ ਸਥਿਰ ਹੋ ਕੇ ਬੈਠ। ਤਾਂ ਉਹਨੂੰ ਕਹਿੰਦੇ ਆ ਇੱਥੇ, ਸਹਿਜ ਗੁਫਾ ਮੇਂ ਤਾੜੀ ਲਾਈ, ਆਸਨ ਊਚ ਸਵਾਰਿਆ ਜੀਓ। ਜਦੋਂ ਮੈਂ ਉੱਚਾ ਆਸਨ ਲਾ ਕੇ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਕੀਤਾ, ਤਾਂ ਫਿਰ ਕੀ ਹੋਇਆ? ਆਸਨ ਊਚ ਸਵਾਰਿਆ ਜੀਓ। ਫਿਰ ਘਿਰ ਆਪਣੇ ਗ੍ਰਹਿ ਮੇਂ ਆਇਆ। ਫਿਰ ਘਿਰ ਘੁੰਮ ਘੁਮਾ ਕੇ ਜਦੋਂ ਆਪਣੇ ਘਰੇ ਆ ਗਿਆ। ਜਿਵੇਂ ਤੁਸੀਂ ਕਿਤੇ ਵੀ ਬਾਜ਼ਾਰ 'ਚ ਘੁੰਮੇ ਆਓ, ਸੈਰ ਸਪਾਟਾ ਕਰੇ ਆਓ, ਪਰ ਜਿਹੜੀ ਸ਼ਾਂਤੀ ਤੁਹਾਨੂੰ ਘਰੇ ਆ ਕੇ ਆਪਣੇ ਬੈੱਡ 'ਤੇ ਆਉਣੀ ਆ, ਉਹ ਰਾਹ 'ਚ ਕਿਤੇ ਨਹੀਂ ਆਉਣੀ। ਕੋਈ ਸਤਨਾਮ। ਭਾਵੇਂ ਕਿ ਲੋਕ ਘਰੋਂ ਨਿਕਲਦੇ ਆ, ਚਲੋ ਫਲਾਣੇ ਥਾਂ ਝੀਲ 'ਤੇ ਚੱਲਦੇ ਆ, ਫਲਾਣੇ ਥਾਂ ਬਾਜ਼ਾਰ 'ਚ ਚੱਲਦੇ ਆ, ਸੈਰ ਸਪਾਟਾ ਕਰਕੇ ਆਉਣੇ ਆ, ਆਦਿ ਆਦਿ। ਭਾਵੇਂ ਇਹੋ ਜਿਹੇ ਬੇਅੰਤ ਹੀ ਸੰਸਾਰ ਦੇ ਵਿੱਚ ਗੁਰੂ ਪਿਆਰਿਓ ਮਨੋਰੰਜਨ ਦੇ ਸਾਧਨ ਹੋਣ, ਪਰ ਆਪਦੇ ਘਰ ਵਰਗੀ ਸ਼ਾਂਤੀ ਨਹੀਂ। ਘਰ ਭਾਵੇਂ ਕੋਠੀ ਹੋਵੇ ਅਤੇ ਭਾਵੇਂ ਝੌਂਪੜੀ ਹੋਵੇ। ਇਸ ਕਰਕੇ ਜਦੋਂ ਮਨੁੱਖ ਆਪਣੇ ਘਰ ਵਿੱਚ ਵੜਿਆ, ਮਤਲਬ ਆਪਦੇ ਅੰਦਰ ਵੜਿਆ, ਅਤੇ ਅੰਦਰ ਵੜਨਾ ਹੀ ਬੰਦਾ ਭੁੱਲ ਗਿਆ। ਨਿਕਲ ਤਾਂ ਗਿਆ, ਮੁੜ ਕੇ ਵੜਨਾ ਭੁੱਲ ਗਿਆ। ਐਸੀ ਮਾਇਆ ਨੇ ਚਾਬੀ ਲਾਈ ਮਨੁੱਖ ਦੇ ਅੰਦਰ, ਦਿਮਾਗ 'ਤੇ। ਅੰਦਰੋਂ ਨਿਕਲ ਗਿਆ, ਅੰਦਰ ਵਾਪਸ ਜਾਣਾ ਭੁੱਲ ਗਿਆ। ਇਹਨੂੰ ਕਹਿੰਦੇ ਚੱਕਰਵਿਊਹ। ਸੰਸਾਰ ਇੱਕ ਚੱਕਰਵਿਊਹ ਹੈ, ਇਹਦੇ ਵਿੱਚ ਬੰਦਾ ਵੜਨਾ ਭੁੱਲ ਗਿਆ। ਇੱਕ ਪਾਂਡਵਾਂ ਦੇ ਜੰਗ ਵਿੱਚ ਚੱਕਰਵਿਊਹ ਸੀਗਾ। ਉਹਦੇ ਵਿੱਚ ਅਰਜਨ ਪਾਂਡਵ ਦਾ ਪੁੱਤਰ ਹੈ ਜਿਹੜਾ, ਉਹ ਉਹਦੇ ਵਿੱਚ ਵੜਨਾ ਭੁੱਲ ਗਿਆ। ਉਹਦੇ ਵਿੱਚ ਵੜਨਾ ਜਾਣਦਾ ਸੀ, ਕਹਿੰਦਾ ਨਿਕਲਣਾ ਨਹੀਂ ਮੈਨੂੰ ਆਉਂਦਾ। ਇਹ ਕਹਾਣੀ ਆ ਉਹਨਾਂ ਦੀ। ਚੱਕਰਵਿਊਹ ਦੇ ਵਿੱਚ ਕੀ ਸੀਗਾ? ਉਹਦੇ 'ਚ ਫੌਜਾਂ ਨੂੰ ਵਿੰਗੀਆਂ ਟੇਢੀਆਂ ਕਰਕੇ ਖੜਾਇਆ ਸੀ। ਸੈਂਟਰ ਦੇ ਵਿੱਚ ਫੌਜ ਦਾ ਰਾਜਾ ਹੁੰਦਾ, ਉਹ ਰਾਜੇ ਨੂੰ ਮਾਰੇ ਬਿਨਾਂ ਫੌਜ ਨਹੀਂ ਮਰਦੀ, ਅਤੇ ਉਹਦੇ ਨਾਲ ਲੜਾਈ ਸੀ। ਅਤੇ ਉਸ ਨੂੰ ਮਾਰਨ ਵਾਸਤੇ ਚੱਕਰਵਿਊਹ ਦੇ ਵਿੱਚ ਕੋਈ ਵੜਨ ਨਹੀਂ ਸੀ ਜਾਣਦਾ। ਅਰਜਨ ਦਾ ਮੁੰਡਾ ਕਹਿੰਦਾ ਮੈਂ ਵੜਨ ਜਾਣਦਾ, ਅਰਜਨ ਪਾਂਡਵ ਦਾ ਮੁੰਡਾ ਕਹਿੰਦਾ ਮੈਂ ਵੜ ਜੂੰਗਾ, ਪਰ ਮੈਨੂੰ ਨਿਕਲਣਾ ਨਹੀਂ ਆਉਂਦਾ। ਉਹ ਚਲਿਆ ਗਿਆ, ਅਤੇ ਸਾਨੂੰ ਵੜਨਾ ਨਹੀਂ ਆਉਂਦਾ। ਅਸੀਂ ਨਿਕਲ ਤਾਂ ਗਏ ਹਾਂ ਸਰੀਰ ਦੇ ਵਿੱਚੋਂ, ਅਤੇ ਸੰਸਾਰ ਦੇ ਚੱਕਰਵਿਊਹ 'ਚੋਂ ਨਿਕਲਣਾ ਨਹੀਂ ਸਾਨੂੰ ਆਉਂਦਾ, ਵਾਪਸ ਆਪਣੇ ਅੰਦਰ ਜਾਣਾ ਨਹੀਂ ਆਉਂਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ, ਜਦੋਂ ਮਨੁੱਖ ਆਪਣੇ ਅੰਦਰ ਗਿਆ, ਫਿਰ ਘਿਰ ਆਪਣੇ ਗ੍ਰਹਿ ਮੇਂ ਆਇਆ। ਗ੍ਰਹਿ ਹੁੰਦਾ ਘਰ, ਸੰਸਾਰੀ ਤੌਰ 'ਤੇ ਇੱਟਾਂ ਦਾ ਘਰ, ਅਧਿਆਤਮਿਕ ਤੌਰ 'ਤੇ ਤੁਹਾਡਾ ਆਪਣਾ ਸਰੀਰ। ਤੁਸੀਂ ਆਪਣੇ ਸਰੀਰ ਨੂੰ ਛੱਡ ਕੇ ਬਾਹਰ ਨਿਕਲੇ ਹੋਏ ਹੋ। ਧੀਆਂ ਪੁੱਤਾਂ ਦਾ ਮੋਹ, ਸੰਸਾਰ ਦਾ ਮੋਹ, ਸੰਪਤੀ ਦਾ ਮੋਹ, ਕੋਠੀਆਂ ਕਾਰਾਂ ਦਾ ਮੋਹ, ਇਹ ਸਾਰੇ ਦੇ ਨਾਲ ਮਨੁੱਖ ਜੁੜ ਗਿਆ। ਆਪਣੇ ਆਪੇ ਦਾ ਇਸ ਨੇ ਕਦੇ ਵੀ ਖਿਆਲ ਨਹੀਂ ਕੀਤਾ। ਨਿੱਜ ਸਰੂਪ ਜਿਹਨੂੰ ਕਹਿੰਦੇ ਆਪਾਂ ਰੋਜ਼ ਨਿੱਜ ਸਰੂਪ ਦੀ ਗੱਲ ਵੀ ਕਰਦੇ ਹਾਂ। ਤੋ ਬੰਦਾ ਆਪਣੇ ਨਿੱਜ ਸਰੂਪ ਦੇ ਵਿੱਚ ਜਾਣਾ ਨਹੀਂ ਸਿੱਖਿਆ ਗਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਦੋਂ ਹੀ ਆਪਣੇ ਅੰਦਰ ਗਿਆ, ਜੋਗੀ ਪੁੱਛਦਾ ਨਾ ਜੀ ਉਹ ਅਨਹਦ ਵਾਜੇ ਕਿਹੜੇ ਹੈ? ਬਾਕੀ ਸਾਜ਼ਾਂ ਬਾਰੇ ਤਾਂ ਅਸੀਂ ਜਾਣਦੇ ਹਾਂ, ਕੋਈ ਢੋਲਕੀ ਹੈ, ਕੋਈ ਬਾਜਾ ਹੈ, ਕੋਈ ਹੋਰ ਅਨੇਕਾਂ ਤਰ੍ਹਾਂ ਦੇ ਬੰਸਰੀ ਹੈ, ਕੋਈ ਬੀਣਾ ਹੈ, ਕੋਈ ਸਾਰੰਗੀ ਹੈ, ਪਰ ਇਹ ਅਨਹਦ ਵਾਜੇ ਕਿਹੜੇ ਹੋਏ? ਤਾਂ ਉਸ ਅਨਹਦ ਵਾਜਿਆਂ ਦੀ ਗੱਲ ਪੰਜਵੇਂ ਪਾਤਸ਼ਾਹ ਨੇ ਫਿਰ ਸਮਝਾਈ। ਕਹਿੰਦੀ ਉਹ ਮਨੁੱਖ ਦੇ ਅੰਦਰ ਹਨ, ਔਰ ਉਹਨਾਂ ਨੂੰ ਵਜਾਉਣ ਦੀ ਲੋੜ ਨਹੀਂ ਪੈਂਦੀ, ਉਹ ਆਪੇ ਹੀ ਵੱਜਦੇ ਆ। ਔਰ ਜਿੱਦਣ ਜੀਵ ਆਤਮਾ ਨੂੰ ਸਰੀਰ ਵਿੱਚ ਵਾੜਿਆ, ਉਹਦੇ ਵਜਾਏ ਸੀ ਪਰਮੇਸ਼ਰ ਨੇ, ਕਿਉਂਕਿ ਇਹਦੇ ਵਿੱਚ ਵੜਦੀ ਨਹੀਂ ਸੀ। ਕਹਿੰਦੀ ਮਹਾਰਾਜ ਮੈਂ ਤਾਂ ਤੁਹਾਡੇ ਚਰਨਾਂ 'ਚ ਰਹੂੰਗੀ, ਮੈਂ ਨਹੀਂ ਜਾਣਾ ਇਹਦੇ ਵਿੱਚ। ਪਰਮੇਸ਼ਰ ਕਹਿੰਦੇ ਕੋਈ ਗੱਲ ਨਹੀਂ, ਤੈਨੂੰ ਇੱਥੇ ਜੋ ਮਿਲਦਾ ਹੈ ਉਹ ਸਭ ਕੁਝ ਤੈਨੂੰ ਇਹਦੇ ਵਿੱਚ ਮਿਲੇਗਾ। ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ।
फिर जीव आत्मा कहनी मैं तो इत्थे तरह तरह के वाजे सुनदी हाँ तेरे चरणों में बैठ के। कहन लगे सारे वाजे दे विच ही रख दिन्ने आ, नाम भी रख दिन्ने आ मेरा, और वाजे भी रख दिन्ने आ, सारिया दातां भी रख दिन्ने आ, पर तू मनुखा जन्म में जाके देख के आ संसार कैसा। तो सारिया चीज़ां मनुख के अंदर रखतियाँ। जिवें प्रीतम बाणी च कहते चार पदार्थ लै जग आया, शिव शक्ति घर वासा पाया, एक विसारे तां पिड़ हारे, अंधले नाम विसारा है। इन्हें नाम ही विसार दिता मूर्ख ने। तो सतगुरु पातशाह जी कहते वो चार चीज़ों के विच एक श्रोमणी नाम सी, अनहद वाजे सी, जप तप सत संतोख सब कुछ ये कोल सी। पर जिमें जिमें नाम नूं छड्डदा गया बाकी चीज़ां विसरदियां गईयां ते संसार रूपी इस पिड़ दे विचों हार के चलिया गया। भेजिया सी पहलवान बना के, पर इत्थे काल दे पंजां पहलवानां ने ढालिया। हाँ गुसाई दा पहलवानड़ा, मैं गुरमिल उच दुमालड़ा, सब होई छिंज इकट्ठिया, दयो बैठा वेखै आप जियो। वात बजन टमक भेरियां, मल लथे लैंदे फेरियां। इस तरह पातशाह जी कहते संसार के जिहड़े पहलवान हैं वो मेरे चार छपेरे घूमते फिरते है। निहत्ते पंज जवान मैं गुर थापी दिती कंड जियो, पर जदों गुरु ने थापड़ा दिता उदों इन्हां पंजां नूं ढालिया, निहत्थे कर दिता, इन्हां दे शास्त्र तोड़ दिते और इन्हां तो खेड़ा छुड़ा लिया। ये गल बननी गुरु की कृपा नाल ही आ। तो प्रीतम जी कहते जदों मैं अपने अंदर जावांगा, गुरु अर्जन देव जी वो जोगी नूं समझाउंदे होए सानू भी ज्ञान दिंदे ने। परथाए साखी महापुरख बोलदे सांझी सगल जहानै। सतगुरु पातशाह जी कहते फिर खिरे अपने गृह में आया, जदों बाहरों कुछ ना मिलिया तो फिर मुड़ के आपदे अंदर वड़िया। प्रीतम दा 12 माहां दा बचन है, किरत कर्म के बिछड़े कर कृपा मेलो राम, चार कोट दह दिस भरमे थक आए प्रभ की शान। जदों किते भी शांति नहीं आई तो अखीर गुरु की शरण विच आया, मालक की शरण विच आ गया। महाराज कृपा करके चरनी ला लो, शाम कहती है शरण विच आउणा। थके आए प्रभ की शाम, ते गुरु पातशाह कहते इस गुण है कोई। और दुध तो बगैर तो गां नूं भी कोई नहीं संभालदा, धेन दुध है तो बाहर ही किते ने आवे काम। जल बिन साग को मिलावटी उपजै नाही दाम, पानी तो बगैर तो दरखत के पत्ते भी नहीं निकलते। इस करके शांति तैनूं किवें आऊगी, तू बाणी नाल नहीं जुड़िया, दरखत पानी नाल नहीं जुड़िया तो वह सुक जाता है तो बंदा भी सुक गया। हर का नाम ध्याए कै हो हरिया भाई, कर्म लखनते पाई है रुत सहाई। इस करके सतगुरु पातशाह कहते जदों ये घूम घुमा करके इत्थे आया वापस, तो फिर इनू सोझी आई। फिर घरे अपने गृह में आया, जो लोड़ींदा सोई पाया। फिर जो इनू चाहिदा सी वो इसनू अपने अंदरों ही प्राप्त हो गया। जो किछ पाया सो एका वार, सब किछ घर में बाहर नाही, बाहर टोलै सो भरम भुलाही। गुर प्रसादी जिनी अंतर पाया, सो अंतर बाहर सुहेला जियो। वो फिर हर थां ते सुखी है, घर सुख वसिया बाहर सुख पाया। अपना मूड ठीक है तो बाहरले भी सारे वधिया लगते हैं, अपना मूड खराब होवे तो बाहर भी सारे भैड़े लगते हैं। इनू कहने आ घर सुख वसे आ। असीं इहदा अर्थ केवल मिट्टी वाला घर कर लिया नहीं, तुहाडा हिरदा। जो तुसी हिरदे करके सुखी हो तो दुनिया भी सोहनी लगती है, जे तुसी हिरदे करके दुखी हो तो दुनिया भी भैड़ी लगती है। घर सुख वसे आ बाहर सुख पाया, कहो नानक गुर मंत्र दृढ़ाया। गुरु ने ऐसा मंत्र बख्शिश किया कि हुण जिहड़ा अंदरों भी सुखी हाँ तो बाहरों भी सुखी। प्रीतम जी कहते जदों यह घूम घुमा के आपदे अंदर वड़ूगा गल उदने बननी है। फिर किर अपने गृह में आया, जो लोड़ींदा सोई पाया। फिर जो मांगे ठाकुर अपने ते सोई सोई देवै। तृप्त अगाए रहा है संत हो,
ਗੁਰ ਅਨਭਉ ਪੁਰਖ ਦਿਖਾਰਿਆ ਜੀਓ। ਇਸ ਕਰਕੇ ਸੰਤੋ ਜੋਗੀ ਜੀ ਸਾਧ ਸੰਗਤ ਜੀ, ਜਦੋਂ ਮੈਨੂੰ ਗੁਰੂ ਨੇ ਅਨੁਭਵ ਕਰਾਇਆ, ਅਨਭਉ ਪੁਰਖ ਕੀ ਹੈ? ਪਰਮੇਸ਼ਰ ਹੈ ਅਨਭਉ ਪੁਰਖ। ਅਨਭਉ ਪਰਮੇਸ਼ਰ ਹੈ ਅਤੇ ਪਰਮੇਸ਼ਰ ਦੀ ਕੋਈ ਫੋਟੋ ਨਹੀਂ ਹੈ। ਉਹ ਤੁਹਾਨੂੰ ਅਨੁਭਵ ਦੇ ਵਿੱਚੋਂ ਜਾਣਿਆ ਜਾਊਗਾ, ਜਿਸ ਦੇ ਬਾਰੇ 10ਵੇਂ ਪਾਤਸ਼ਾਹ ਜੀ ਨੇ ਕਲੀਅਰ ਕੀਤਾ। ਚੱਕਰ ਚਿਹਨ ਅਰ ਵਰਨ ਜਾਤਿ ਅਰ ਪਾਤ ਨਾਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼। ਪ੍ਰਕਾਸ਼ ਕਿਹਦਾ? ਪੁਰਖ ਦਾ, ਪਰਮੇਸ਼ਰ ਦਾ। ਕਿਹੜੇ ਪੁਰਖ ਦਾ? ਜਿਹਦਾ ਕੋਈ ਰੰਗ ਰੂਪ ਨਹੀਂ, ਉਹਦਾ ਪ੍ਰਕਾਸ਼। ਅਨਭਉ ਦਾ ਪ੍ਰਕਾਸ਼ ਹੈ। ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ, ਉਹਦੀ ਤਾਕਤ ਪਤਾ ਨਹੀਂ ਕਿੰਨੀ ਹੈ। ਇਸੇ ਗੱਲ 'ਤੇ ਬਾਬਾ ਨਾਨਕ ਜੀ ਮੋਹਰ ਲਾਉਂਦੇ ਨੇ ਪਹਿਲੀ ਵਾਰ ਜਦੋਂ ਭਾਈ ਮਰਦਾਨਾ ਜੀ ਹੋਰਾਂ ਨੂੰ ਨਾਲ ਲੈ ਕੇ ਪਹਾੜੀ ਯਾਤਰਾ ਕਰਦੇ ਹੈ। ਗੋਰਖਨਾਥ ਨੂੰ ਸ਼ਮੇਰ ਪਰਬਤ 'ਤੇ ਮਿਲਦੇ ਆ, ਫਿਰ ਉਦੋਂ ਅੱਗੇ ਜਾਂਦੇ ਆ, ਬਹੁਤ ਸਾਰੇ ਰਿਸ਼ੀ ਮੁਨੀ ਪਹਾੜਾਂ 'ਚ ਮਿਲਦੇ ਆ। ਅਖੀਰ 'ਤੇ ਧਰੂਵ ਭਗਤ ਮਿਲਦਾ, ਪ੍ਰਹਿਲਾਦ ਵੀ ਉੱਧਰ ਮਿਲਦਾ, ਧਰੂਵ ਵੀ ਮਿਲਦਾ, ਭੁਸੁੰਡ ਰਿਸ਼ੀ ਮਿਲਦਾ। ਪਤਾ ਨਹੀਂ ਕੈਸੇ ਕੈਸੇ ਸਾਧੂ ਉਹਨਾਂ ਨੂੰ ਗੁਫਾਵਾਂ 'ਚ ਬੈਠੇ ਮਿਲੇ। ਸਭ ਨੂੰ ਮਿਲਦੇ ਮਿਲਦੇ ਅੱਗੇ ਟੱਪੇ, ਧਰੂਵ ਕੋਲੇ ਪਹੁੰਚੇ। ਧਰੂਵ ਦੇ ਕੋਲੇ ਬਹੁਤ ਗੱਲਾਂ ਬਾਤਾਂ ਹੋਈਆਂ, ਵਿਚਾਰਾਂ ਹੋਈਆਂ, ਅਤੇ ਉੱਥੇ ਭਾਈ ਮਰਦਾਨਾ ਪਾਲਾ ਜੀ ਹੋਰਾਂ ਨੂੰ ਬਿਠਾ ਕੇ ਕਹਿੰਦੇ ਮੈਂ ਥੋੜ੍ਹਾ ਅੱਗੇ ਜਾਇਆ ਵਾਂ, ਤੁਸੀਂ ਇੱਥੇ ਬੈਠੋ। ਉਹ ਉੱਥੇ ਬੈਠ ਗਏ ਅਤੇ ਸਤਿਗੁਰੂ ਅੱਗੇ ਚਲੇ ਗਏ। ਕਾਫੀ ਸਮੇਂ ਤੋਂ ਬਾਅਦ ਵਾਪਸ ਆਏ ਤਾਂ ਭਾਈ ਮਰਦਾਨਾ ਜੀ ਕਹਿੰਦੇ ਜੀ ਤੁਸੀਂ ਕਿੱਥੇ ਗਏ ਸੀ? ਕਹਿੰਦੇ ਮਰਦਾਨੇ ਅਸੀਂ ਸੱਚਖੰਡ ਗਏ ਸੀ। ਸੱਚਖੰਡ? ਹਾਂ, ਪਰਮੇਸ਼ਰ ਨੂੰ ਮਿਲਣ ਗਏ ਸੀ, ਅਤੇ ਫਿਰ ਸਾਨੂੰ ਕਿਉਂ ਨਹੀਂ ਲੈ ਕੇ ਗਏ ਮਹਾਰਾਜ? ਧਿਆਨ ਦਿਓ। ਕਹਿੰਦੇ ਫਿਰ ਸਾਨੂੰ ਕਿਉਂ ਨਹੀਂ ਲੈ ਕੇ ਗਏ? ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ ਮੈਂ ਤੈਨੂੰ ਵੈਸੇ ਹੀ ਨਹੀਂ ਲੱਗਿਆ। ਕਿਉਂ? ਕਿਉਂਕਿ ਉੱਥੇ ਇਕੱਲੇ ਇਕੱਲੇ ਜਾਈਦਾ ਹੈ। ਜੇ ਮੈਂ ਤੈਨੂੰ ਨਾਲ ਲੈ ਜਾਂਦਾ ਉਹਨਾਂ ਨੇ ਮੈਨੂੰ ਪੁੱਛਣਾ ਸੀ ਇਹ ਕੌਣ ਆ, ਅਤੇ ਮੈਂ ਕਹਿ ਦੇਣਾ ਸੀਗਾ ਜੀ ਇਹ ਮੇਰਾ ਮਰਦਾਨਾ ਰਬਾਬੀ ਆ, ਰਬਾਬ ਵਜਾਉਣਾ ਹੁੰਦਾ ਹੈ। ਅਤੇ ਉਹਨਾਂ ਨੇ ਕਹਿਣਾ ਸੀ ਵਜਾ ਕੇ ਵਿਖਾ, ਅਤੇ ਤੂੰ ਉੱਥੇ ਰਬਾਬ ਵਜਾ ਕੇ ਵਿਖਾਉਣੀ ਸੀ, ਅਤੇ ਉਹਨੇ ਤੈਨੂੰ ਉੱਥੇ ਹੀ ਰੱਖ ਲੈਣਾ ਸੀ, ਅਤੇ ਮੁੜ ਕੇ ਮੈਂ ਕੀ ਕਰਦਾ? ਮਰਦਾਨਾ ਕਹਿੰਦਾ ਫਿਰ ਤਾਂ ਠੀਕ ਹੋਇਆ ਜੀ, ਚੱਲ ਵਧੀਆ ਹੋਇਆ, ਚੰਗਾ ਲੈ ਕੇ ਨਹੀਂ ਗਏ ਤੁਸੀਂ। ਤਾਂ ਫਿਰ ਧਰੂਵ ਪੁੱਛਦਾ ਜੀ ਪਰਮੇਸ਼ਰ ਦਾ ਕਿਹੋ ਜਿਹਾ ਸਰੂਪ ਹੈ? ਤੁਸੀਂ ਗਏ ਪਰਮੇਸ਼ਰ ਨੂੰ ਦੇਖ ਕੇ ਆਏ, ਸਾਨੂੰ ਜਾਣਕਾਰੀ ਦਿਓ ਵੀ ਉਹ ਪਰਮੇਸ਼ਰ ਕਿਹੋ ਜਿਹਾ ਹੈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਧਰੂਵ ਉੱਥੇ ਤਾਂ ਬਹੁਤ ਜ਼ਿਆਦਾ ਪ੍ਰਕਾਸ਼ ਹੈ, ਹਜ਼ਾਰਾਂ ਸੂਰਜਾਂ ਦਾ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ। ਉੱਥੇ ਤਾਂ ਅੱਖਾਂ ਨਹੀਂ ਖੁੱਲ੍ਹਦੀਆਂ, ਜਾ ਕੇ ਕਹੋ ਸਤਿਨਾਮ ਸ੍ਰੀ। ਪ੍ਰਕਾਸ਼ ਹੀ ਪ੍ਰਕਾਸ਼ ਦਿਖਾਈ ਦਿੰਦਾ। ਔਰ ਜਦ ਮੈਂ ਪ੍ਰਕਾਸ਼ ਦੇਖਿਆ ਉਸ ਪਰਮੇਸ਼ਰ ਦੇ ਸਾਹਮਣੇ ਜਾ ਕੇ, ਅਤੇ ਅੱਖਾਂ ਝੰਡਿਆ ਗਈਆਂ। ਧਰੂਵ ਕਹਿਣ ਲੱਗਿਆ ਜੀ ਉੱਥੇ ਹੋਰ ਕੋਈ ਪਰਮੇਸ਼ਰ ਨਹੀਂ, ਤੁਸੀਂ ਪਰਮੇਸ਼ਰ ਹੋ। ਇੱਥੇ ਬਾਹਰ ਗੁਰੂ ਹੋ, ਉੱਥੇ ਪਰਮੇਸ਼ਰ ਤੁਸੀਂ ਹੋ। ਧੰਨ ਗੁਰੂ ਨਾਨਕ ਦੇਵ ਜੀ ਹੱਸ ਪਏ। ਧਰੂਵ ਸਤਿਗੁਰਾਂ ਦੇ ਪੈਰੀ ਪੈਂਦੇ ਆ, ਅਤੇ ਸਤਿਗੁਰੂ ਧਰੂਵ ਨੂੰ ਗਲੇ ਲਾ ਕੇ ਮਿਲਦੇ ਆ। ਕਹਿਣ ਲੱਗੇ ਨਹੀਂ ਮਹਾਰਾਜ ਤੁਸੀਂ ਵੀ ਬਹੁਤ ਵੱਡੇ ਹੋ, ਪਰਮੇਸ਼ਰ ਦੇ ਭਗਤ ਹੋ, ਤੁਹਾਨੂੰ ਪਰਮੇਸ਼ਰ ਦਾ ਦਰ ਮਿਲ ਗਿਆ ਹੈ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਉਹ ਧਰੂਵ ਨੂੰ ਮਿਲਿਆ ਹੋਇਆ। ਕਹੋ ਸਤਿਨਾਮ ਸ੍ਰੀ। ਔਰ ਮਾਤਲੋਕ ਦੇ ਵਿੱਚ ਤੁਹਾਡੇ ਅੰਦਰ ਵੀ ਉਹ ਦਰ ਹੈ ਜਿਹਦੇ ਵਿੱਚ ਤੁਸੀਂ ਵੜਨਾ। ਸਹਿਜ ਗੁਫਾ ਮੈਂ ਤਾੜੀ ਲਾਈ, ਆਸਨ ਉਹ ਸਵਾਰਿਆ ਜੀਓ। ਉਹ ਗੇਟ ਦੇ ਵਿੱਚ ਆਪਾਂ ਵੜਨਾ, ਉੱਥੇ ਵੜਨਾ ਔਖਾ ਹੋਇਆ ਪਿਆ। ਬੱਜਰ ਕਪਾਟ। ਬੱਜਰ ਕੀ ਹੁੰਦਾ? ਜਿਵੇਂ ਆਪਾਂ ਪੱਥਰ ਦਾ ਕੋਈ ਪੀਸ ਬਣਾ ਲਈਏ, ਸੈਲਫ ਬਣਾ ਲਈਏ ਪੱਥਰ ਦੀ, ਇੱਦਾਂ ਦੀ ਸਖਤ ਕਹਿੰਦੇ ਗੇਟ ਲੱਗੇ ਆ ਉਸ ਨੂੰ, ਜਿਹੜਾ ਖੋਲ੍ਹਣਾ ਔਖਾ ਹੋਇਆ ਪਿਆ। ਉਹ ਬੱਜਰ ਕਪਾਟ ਖੁੱਲ੍ਹਦਾ ਗੁਰੂ ਦੀ ਕਿਰਪਾ ਨਾਲ। ਜਦੋਂ ਖੁੱਲ੍ਹ ਜਾਂਦਾ ਫਿਰ ਇਹ ਜੀਵ ਆਪਣੇ 10ਵੇਂ ਦਵਾਰ ਵਿੱਚ ਜਾਂਦਾ ਹੈ। ਇਹ ਤ੍ਰਿਕੁਟੀ ਨੂੰ ਭੰਨ ਕੇ ਇੜਾ ਪਿੰਗਲਾ ਔਰ ਸੁਖਮਨਾ ਤੀਨ ਵਸੇ ਇਕਠਾਈ ਬੰਦੇ ਦੇ ਮੱਥੇ ਵਿੱਚ। ਇਹ ਤਿੰਨੇ ਨਦੀਆਂ ਇਕੱਠੀਆਂ ਹੁੰਦੀਆਂ, ਬਾਹਰ ਵੀ ਇਕੱਠੀਆਂ ਹੁੰਦੀਆਂ। ਜਬ ਹੀ ਜਾਤ ਤਰਪੈਣੀ ਭਏ, ਪੁੰਨ ਦਾਨ ਦਿਨ ਕਰਤ ਬਤਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਉਹ ਬਾਹਰ ਦੀ ਗੱਲ ਵੀ 10ਵੇਂ ਪਾਤਸ਼ਾਹ ਕਰਦੇ ਆ, ਉਹ ਅੰਦਰ ਦੀ ਗੱਲ ਵੀ ਹੈ ਸਾਡੇ। ਇੜਾ ਸੱਜੀ ਅਤੇ ਪਿੰਗਲਾ ਖੱਬੀ, ਇਹ ਸੱਜੀਆਂ ਖੱਬੀਆਂ ਸੁਰਾਂ ਦੋਨੇ ਨੱਕ ਵਿੱਚ ਵਗਦੀਆਂ, ਸਵਾਸ ਲੈਂਦੇ ਆ,
ਤੇ ਜਿਹੜੀ ਸੁਖਮਨਾ ਨਾੜੀ ਹੈ ਉਹ ਪਿੱਠ ਤੋਂ ਸ਼ੁਰੂ ਹੁੰਦੀ ਹੈ, ਰੀੜ੍ਹ ਦੀ ਹੱਡੀ ਦੇ ਵਿੱਚ ਦੀ ਆਉਂਦੀ ਹੈ। ਡਾਕਟਰ ਇਹਨੂੰ ਨਰਵਸ ਸਿਸਟਮ ਕਹਿੰਦੇ ਆ। ਬੜੀ ਸੂਖਮ ਨਾੜੀ ਹੈ ਜਿਸ ਦਾ ਕਨੈਕਟ ਸਰੀਰ ਦੇ ਸਾਰੇ ਅੰਗਾਂ ਨਾਲ ਹੈ, ਫੇਫੜਿਆਂ ਨਾਲ, ਗੁਰਦਿਆਂ ਨਾਲ, ਤਿੱਲੇ ਨਾਲ, ਪਿੱਤੀ ਨਾਲ, ਮਿਹਦੇ ਨਾਲ, ਇਹ ਸਾਰਿਆਂ ਨਾਲ ਉਹ ਸਿਸਟਮ ਦਾ ਕਨੈਕਟ ਜੁੜਿਆ ਹੋਇਆ ਹੈ। ਇਸੇ ਕਰਕੇ ਡਾਕਟਰ ਲੋਕ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਕਰਨ ਤੋਂ ਡਰਦੇ ਹੈ ਬਈ ਜੇ ਉਹ ਟੁੱਟ ਗਈ ਜਾਂ ਤਾਂ ਹੇਠਲਾ ਲੱਕ ਤੋਂ ਹੇਠਾਂ ਹਿੱਸਾ ਮਾਰਿਆ ਜਾਊਗਾ ਜਾਂ ਦਿਮਾਗ ਬੰਦ ਹੋ ਜਾਊਗਾ। ਉਹ ਸਾਡੇ ਪੈਰ ਤੋਂ, ਗੂਠੇ ਤੋਂ ਲੈ ਕੇ ਸਿਰ ਦੇ ਜੂੜੇ ਤੱਕ ਜੁੜੀ ਹੋਈ ਆ। ਉਹਨੂੰ ਸੁਖਮਨਾ ਨਾੜੀ ਕਹਿੰਦੇ ਆ। ਰਿਸ਼ੀਆਂ ਨੇ ਉਹਨੂੰ ਸੁਖਮਨਾ ਨਾੜੀ ਕਿਹਾ, ਡਾਕਟਰਾਂ ਨੇ ਨਰਵਸ ਸਿਸਟਮ ਕਿਹਾ ਉਸ ਨੂੰ। ਨਰਵਸ ਹੁੰਦਾ ਬੜਾ ਹੀ ਸੂਖਮ। ਤਾਂ ਜਦੋਂ ਇਹ ਤਿੰਨੇ ਨਾੜੀਆਂ ਸਾਡੇ ਮੱਥੇ 'ਚ ਇਕੱਠੀਆਂ ਹੁੰਦੀਆਂ, ਜਿਹੜੀ ਸ਼ਿਵ ਜੀ ਦੇ ਸਿਰ 'ਤੇ ਗੰਗਾ ਵਿਖਾਈ ਨਾ, ਇਹ ਟੂਟੀ ਜੀ ਡਿੱਗਦਾ ਹੋਇਆ ਪਾਣੀ, ਉਹ ਅਸਲ ਵਿੱਚ ਟੂਟੀ ਕੋਈ ਸਿਰ 'ਤੇ ਨਹੀਂ ਲੱਗੀ, ਇਹ ਖੋਪੜੀ ਦੇ ਵਿੱਚ ਤੁਹਾਡੇ ਸਾਰਿਆਂ ਦੀ ਲੱਗੀ ਹੋਈ ਆ। ਕਹੋ ਸਤਿਨਾਮ ਸ੍ਰੀ। ਜਦੋਂ ਇਹ ਤਿੰਨਾਂ ਨਾੜੀਆਂ ਦੇ ਕੋਲ ਸਾਡਾ ਦਿਮਾਗ ਪਹੁੰਚਦਾ ਹੈ, ਸਾਡਾ ਮਨ ਪਹੁੰਚਦਾ ਹੈ ਦਿਮਾਗ ਦੇ ਅੰਦਰ। ਬੇਣੀ ਨੂੰ ਬੇਣੀ ਭਗਤ ਜੀ ਕਹਿੰਦੇ ਆਪਣੀ ਬਾਣੀ 'ਚ, ਏੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਇਕ ਠਾਈ, ਬੇਣੀ ਸੰਗਮ ਤਹਿ ਪਿਰਾਗ ਮਨ ਮੱਜਨ ਕਰੇ ਤਥਾਈ, ਸੰਤੋ ਤਹਾਂ ਨਿਰੰਜਨ ਰਾਮ ਹੈ ਗੁਰਗਮ ਚੀਨੇ ਬਿਰਲਾ ਕੋਏ। ਇਹ ਗੁਰੂ ਦੇ ਰਾਹੀਂ ਇਸ ਰਸਤੇ ਨੂੰ ਕੋਈ ਬਿਰਲਾ ਖੋਜਦਾ ਹੈ, ਉੱਥੇ ਰਾਮ ਵਸਦਾ ਹੈ, ਉੱਥੇ ਉਹ ਅੰਮ੍ਰਿਤ ਜਲ ਹੈ ਜਿੱਥੇ ਸਾਡੇ ਮਨ ਦਾ ਇਸ਼ਨਾਨ ਹੁੰਦਾ। ਅਤੇ ਇਸ਼ਨਾਨ ਕਰਨ ਤੋਂ ਬਾਅਦ ਇਹਨੂੰ ਪਤੀ ਪਰਮਾਤਮਾ ਮਿਲਦਾ। ਜਿਵੇਂ ਬੱਚੀ ਨੂੰ ਨਹਾਈ ਧੋਈ ਕਰਾ ਕੇ ਲਾਲ ਰੰਗ ਦੇ ਕੱਪੜੇ ਪਵਾ ਕਰਕੇ ਉਸ ਦੀ ਸ਼ਾਦੀ ਕਰ ਦਿੰਦੇ ਆ, ਫਿਰ ਉਹਨੂੰ ਪਤੀ ਮਿਲਦਾ। ਇਸੇ ਤਰ੍ਹਾਂ ਇੱਧਰ ਵੀ ਨਾਮ ਦਾ ਲਾਲ ਰੰਗ ਚੜ੍ਹਦਾ ਹੈ, ਨਾਮ ਦੇ ਨਾਲ ਇਸ਼ਨਾਨ ਹੁੰਦਾ, ਫਿਰ ਇਹ ਮਨ ਪਰਮੇਸ਼ਰ ਨੂੰ ਪ੍ਰਾਪਤ ਕਰਦਾ। ਕਹੋ ਸਤਿਨਾਮ। ਫਿਰ ਜੀਵ ਆਤਮਾ ਜੀਵ ਇਸਤਰੀ ਮਾਲਕ ਨੂੰ ਮਿਲਦੀ ਆ। ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਉਹੀ ਗੱਲ ਇਹ ਬਚਨਾਂ ਵਿੱਚ ਸਮਝਾਉਂਦੇ ਨੇ ਕਿ ਜੋਗੀ ਜੀ ਇਹ ਬਾਹਰਲੇ ਸਾਜ਼ਾਂ ਨੂੰ ਛੱਡੋ, ਉਹ ਸੁਣੋ ਅਣਹਦ ਵਾਜੇ ਜਿਨ੍ਹਾਂ ਨੂੰ ਵਜਾਉਣ ਦੀ ਲੋੜ ਨਹੀਂ, ਕੇਵਲ ਸੁਣਨਾ ਹੀ ਹੈ। ਜੇ ਸੁਣ ਲਿਆ ਤਾਂ ਸੁਣਿਆ ਸਿੱਧ ਪੀਰ ਸੁਰਨਾਥ ਬ੍ਰਹਮ ਗਿਆਨ ਤੁਹਾਡੇ ਵਿੱਚ ਆ ਜਾਊਗਾ। ਤੁਸੀਂ ਘਰੇ ਬੈਠੇ ਜੋਗੀਆਂ ਤੋਂ ਸਿੱਧ ਬਣ ਜਾਓਗੇ, ਦੇਵਤੇ ਬਣ ਜਾਓਗੇ। ਸੁਰਨਾਥ ਦੇਵਤਿਆਂ ਦਾ ਮਾਲਕ ਪਰਮੇਸ਼ਰ ਦਾ ਰੂਪ ਹੀ ਹੋ ਜਾਓਗੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਜੇ ਤੁਸੀਂ ਕਿਤੇ ਉਸ ਨੂੰ ਸੁਣ ਲਿਆ, ਤੁਸੀਂ ਧਰਤੀ, ਪਤਾਲ ਲੋਕ, ਆਕਾਸ਼ ਲੋਕ, ਇਹਨਾਂ ਸਭ ਦੀ ਜਾਣਕਾਰੀ ਲੈ ਸਕਦੇ ਹੋ। ਇਹ ਬ੍ਰਹਮ ਗਿਆਨ ਹੈ। ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ। ਜੇ ਕਿਤੇ ਉਹ ਸੁਣ ਲਿਆ ਤੁਹਾਨੂੰ ਮੌਤ ਨਹੀਂ ਆ ਸਕਦੀ। ਪੋਣਾ ਹੁੰਦਾ ਸੰਪਰਕ ਕਰਨਾ, ਹੱਥ ਲਾਉਣਾ, ਤੁਹਾਨੂੰ ਹੱਥ ਨਹੀਂ ਲਾ ਸਕਦੀ ਮੌਤ। ਕਹੋ ਸਤਿਨਾਮ ਸ੍ਰੀ। ਜੇ ਕਿਤੇ ਉਹ ਸੁਣ ਲਿਆ। ਤੇ ਜਿਨ੍ਹਾਂ ਨੇ ਸੁਣਿਆ ਨਾਨਕ ਭਗਤਾਂ ਸਦਾ ਵਿਗਾਸ, ਉਹ ਸਦਾ ਹੀ ਖੜੇ ਰਹਿੰਦੇ ਆ, ਖੁਸ਼ ਰਹਿੰਦੇ ਆ ਉਹ ਭਗਤ। ਸੁਣਿਆ ਦੁੱਖ ਪਾਪ ਕਾ ਨਾਸ, ਜਿਸ ਨੂੰ ਸੁਣਨ ਦੇ ਨਾਲ ਦੁੱਖਾਂ ਤੇ ਪਾਪਾਂ ਦਾ ਖਾਤਮਾ ਹੋ ਜਾਂਦਾ ਹੈ, ਮਨੁੱਖ ਦੀ ਆਤਮਾ ਸਾਫ਼ ਹੋ ਜਾਂਦੀ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਜੋਗੀ ਜੀ, ਜਦੋਂ ਇਹ ਜੀਵ ਆਪਣੇ ਅੰਦਰ ਗਿਆ, ਫਿਰ ਕਿਰੇ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਂਦਾ ਸੋਈ ਪਾਇਆ, ਤ੍ਰਿਪਤ ਅਗਾਏ ਰਿਹਾ ਹੈ ਸੰਤ ਹੋ। ਫਿਰ ਰੱਜ ਗਿਆ, ਤ੍ਰਿਪਤ ਰੱਜ ਗਿਆ, ਸਾਰੀਆਂ ਪਿਆਸਾਂ ਖਤਮ ਹੋ ਗਈਆਂ। ਗੁਰ ਅਨਪਉ ਪੁਰਖ ਦਿਖਾਰਿਆ ਜੀਓ। ਜਦੋਂ ਗੁਰੂ ਨੇ ਮੈਨੂੰ ਉਹ ਦਿਖਾਇਆ। ਹੁਣ ਅੱਜ ਤੱਕ ਆਪਾਂ ਸਿਰਫ ਗਾਉਣ ਵਾਲੀ, ਪੜ੍ਹਨ ਵਾਲੀ ਗੱਲ ਹੀ ਕਰਦੇ ਹਾਂ। ਕੋਈ ਬਿਰਲਾ ਬ੍ਰਹਮ ਗਿਆਨੀ ਦੇਖਣ ਦੀ ਗੱਲ ਕਰਦਾ। ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਇਹ ਗੱਲ ਕਰਦੇ ਆ, ਇਸ ਘਰ ਮੈਂ ਘਰ ਦਿਖਾਏ ਦੇ, ਉਹ ਵੀ ਦੇਖਣ ਵਾਲੀ ਗੱਲ ਹੈ। ਆਪ ਦੇਖੈ ਅਵਰ ਦਿਖਾਵੇ, ਇਹ ਵੀ ਗੱਲ ਬਾਣੀ ਵਿੱਚ ਲਿਖੀ ਹੋਈ ਆ ਕਿਤੇ। ਤਾਂ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ ਕਿ ਉਹ ਦੇਖਣ ਵਾਲੀ ਕਿਹੜੀ ਗੱਲ ਹੈ, ਕਿਉਂਕਿ ਜਿੰਨਾ ਚਿਰ ਤੁਹਾਡੀ ਅੱਖ ਨਹੀਂ ਕੰਟਰੋਲ ਹੁੰਦੀ, ਓਨਾ ਚਿਰ ਤੁਹਾਡਾ ਜੀਭ ਦਾ ਗਾਇਆ ਤੇ ਕੰਨਾਂ ਦਾ ਸੁਣਿਆ ਵਸਦਾ ਨਹੀਂ ਅੰਦਰ। ਕਹੋ ਸਤਿਨਾਮ ਸ੍ਰੀ। ਇਹ ਤਿੰਨ ਹਿੱਸੇ ਹਨ, ਦੇਖਣਾ, ਸੁਣਨਾ ਤੇ ਬੋਲਣਾ। ਜਿੰਨਾ ਚਿਰ ਤਿੰਨਾਂ ਦੀ ਇੱਕ ਮਤ ਨਹੀਂ ਹੁੰਦੀ,
तृतीया तीनै सम कर लियावै, आनंद मूल परम पद पावै। साध संगति उपजै विश्वास, बाहर भीतर सदा प्रगास। फिर अखां मीच के भी दिसूगा तो अखां खोल के तो दिसदा ही आ। कहो सतनाम श्री। वो अनुभव का प्रकाश फिर चलेगा। तो मेरे प्रीतम जी कहते इस तरह जदों गुरु ने अनुभव पुरख दिखाया, आपे राजन जो लोड़ींदा सोई पाया। तृप्ति अघाए रहा है संतो गुर, अनुभव पुरख दिखा रहा जियो। आपे राजन आपे लोगा। फिर वो जिहड़ा शरीर है ना, वो खुद परमेश्वर भी है ते खुद जनता भी, सृष्टि भी है। एक है अनेक है सारे, फिर एक है। सृष्टि नूं बना के भी वो तरह तरह दी खेडां कर रहा, किधरे जित रहा किधरे हार रहा है, किधरे लड़ाइयां कर रहा, किधरे सब नूं शांति दे रहा, समझा रहा है। पता नहीं उहदे किन्ने रूप हन। पातशाह कहने इस तरह ओह आपे ही परमेश्वर है ते आपे ही सृष्टि है। आपे कंडा तोल तरानी तराजी, आपे तोलनहारा, आपे देखै आपे बूझा। जो गल समझ आ गई उदों पता लगना है कि सब कुछ परमेश्वर दीयां खेडां हन। सभे रंग नारायणे जिते, जितने भी रंग हन ये सब रब दे रंग है। मन भावन तैनूं चंगे लगने चाहिए। परमेश्वर दे सारे रंग हन। आप निर्वाणी आपे भोगा, आपे ही शरीरां विच बैठ के भोगदा है ते आपे ही इन्हां भोगां तो उच्चा रहिंदा है। जिन उपाई रंग रवाई बैठा वेखै बख अकेला। वो आप ही शरीर धार के भोगदा है ते आप ही भोगां तो परे निर्वाण भी है। परे है इन्हां सब तो विचे रहिंदा होया, निर्लेप है। प्रीतम जी कहने आपे तख्त वह सच न्याई। आप ही तख्त ते बैठदा है ते सच दा न्याय करदा है। न्याय भी आप ही करदा तख्त ते बैठ के। आपे तख्त वह सच न्याई, सब चौकी कूक पुकारिया जियो। अज का पवित्र दिहाड़ा श्री अकाल तख्त साहब जी की रचना का दिहाड़ा है। सरबत संगतां नूं लख लख वधाइयां होण इस विषय ते। तो जिस वेले सतगुरु हरगोबिंद साहब जी ने देखिया कि मेरे पिता गुरु पंजवें पातशाह जी ने सृष्टि का मार्गदर्शन किया, सब नूं सुख देण वालियां विचारां बख्शिश कीतियां, सब का मार्गदर्शन किया, पर इस संसार की इस दुष्ट सरकार ने, जहांगीर ने, इन्हां संसारी लोगों ने बिना किसी कारण ईर्खा करदियां होइयां साडे पिता जी नूं शहीद किया है। हुण इहदा न्याय करना ही पैना। कोई सतनाम श्री। तो छेवें पातशाह जी दे कोल आके जब भाई जेठा जी होरां ने, भाई लंगाहा जी जो 5 सिख नाल गए सन, उन्होंने आके बेनती की, महाराज पंजवें पातशाह रावी के किनारे शरीर त्याग गए हैं। और उन्होंने जाते हुए की बचन किए भाई पातशाह, उन्होंने आखिरी बचन सा कि सिखो जाके कह दो हरगोबिंद नूं कि हुण चुप करिया गल नहीं बननी, हुण शास्त्र धारने पैने हैं। कहो सतनाम श्री। हुण शास्त्र धारण करो, सिखां नूं भी शास्त्र धारी करो। हुण शास्त्र का जवाब शास्त्र नाल ही देना पैना, इदां शहीदियां नाल नहीं गल बननी कली। धन गुरु हरगोबिंद साहब महाराज जी ने जो सामने श्री हरमंदर साहब रचे है, वो भगती का स्थान है। उत्थे भगती हो रही है। इत्थों तक कि उत्थे उच्ची भी नहीं बोल दिता जाता, इसे करके उत्थे जकारा भी नहीं छड्डिया जाता। कोई सतनाम श्री। क्योंकि उत्थे संगतां सिमरन भजन बंदगी करदियां, 24 घंटे कीर्तन चलदा। पर दूजे पासे संसार का फिर न्याय भी हुण करना सीगा, इस करके हरमंदर साहब के ऐन सामने करके एक सतगुरां ने थड़ा तैयार करवाया। जिस वेले पंजवें पातशाह जी की शहीदी तो बाद बाबा बुढ़ा जी ने पहला सहज पाठ किया गुरु ग्रंथ साहब तो, और उसका भोग पाया गया। भोग पाउण तो पहला पहला सामने एक थड़ा तैयार हो गया सी।
ਜਿਸ ਦਾ ਨਾਮ ਸਤਿਗੁਰਾਂ ਨੇ ਅਕਾਲ ਬੁੰਗਾ ਰੱਖਿਆ। ਉਹਦੇ ਉੱਤੇ ਤੰਬੂ ਆਦਿ ਲਾਏ ਗਏ, ਉੱਥੇ ਖੁੱਲ੍ਹੇ ਦੀਵਾਨ ਸਜੇ ਔਰ ਉਹਨਾਂ ਦੀਵਾਨਾਂ ਦੇ ਵਿੱਚ ਬੈਠ ਕਰਕੇ ਸਮਾਪਤੀ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਨੇ ਕੁਝ ਦਿਨਾਂ ਬਾਅਦ ਦਸਵੀਂ ਆਉਣੀ ਸੀ। ਦਸਵੀਂ ਵਾਲੇ ਦਿਨ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਜਿਹੜੀ ਸਿਸਟਮ ਸੀ ਉਸ ਨੂੰ ਕਰਨ ਦੇ ਵਾਸਤੇ ਸੰਗਤਾਂ ਨੂੰ ਦੱਸਿਆ ਕਿ ਫਲਾਣੇ ਦਿਨ ਗੁਰਤਾ ਗੱਦੀ ਦਾ ਤਿਲਕ ਦੇਣਾ ਬਾਬਾ ਬੁੱਢਾ ਜੀ ਨੇ, ਅਤੇ ਤੁਸੀਂ ਸਾਡੇ ਵਾਸਤੇ ਕੀ ਲਿਆਓਗੇ? ਅਤੇ ਸਿੱਖਾਂ ਨੇ ਪੁੱਛਿਆ ਜੀ ਕੀ ਹੁਕਮ ਕਰੋ? ਕਹਿੰਦੇ ਮੇਰੇ ਵਾਸਤੇ ਵਧੀਆ ਘੋੜੇ, ਵਧੀਆ ਸ਼ਸਤਰ ਅਤੇ ਵਧੀਆ ਵਧੀਆ ਨੌਜਵਾਨ ਭਰਤੀ ਹੋਣ ਵਾਸਤੇ ਆ ਜਾਣ, ਆਪਾਂ ਫੌਜ ਤਿਆਰ ਕਰਨੀ ਹੈ। ਅਤੇ ਜਿਸ ਵੇਲੇ ਗੁਰੂ ਪਿਆਰੋ ਗੁਰਤਾ ਗੱਦੀ ਦਿਵਸ ਮਨਾਇਆ ਗਿਆ, ਉਸ ਅਕਾਲ ਤਖਤ ਸਾਹਿਬ ਦੇ ਉੱਪਰ ਰਚਨਾ ਕਰਕੇ ਬਾਬਾ ਬੁੱਢਾ ਜੀ ਨੇ 2 ਤਲਵਾਰਾਂ ਪਹਿਨਾ ਦਿੱਤੀਆਂ ਔਰ ਸਾਰਾ ਸਿਸਟਮ ਹੋਣ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਫਿਰ ਕਿਹਾ ਕਿ ਮੈਂ ਜਿੰਨਾ ਚਿਰ ਚੰਦੂ ਦੇ ਨੱਥ ਨਹੀਂ ਮਾਰ ਲੈਂਦਾ ਉਹਨਾਂ ਚਿਰ ਟੇਕੇ ਨਹੀਂ ਬੈਠਾਂਗਾ। ਸੋ ਅੱਜ ਦੇ ਦਿਨ 'ਤੇ ਉਸ ਅਕਾਲ ਬੁੰਗਾ ਸਾਹਿਬ ਤੋਂ ਇਹ ਐਲਾਨ ਕੀਤਾ ਸੀ। ਫਿਰ ਸਮੇਂ ਨਾਲ ਹੌਲੀ ਹੌਲੀ ਪਾਤਸ਼ਾਹ ਜੀ ਨੇ ਚੰਦੂ ਤੱਕ ਪਹੁੰਚ ਕਰਕੇ ਉਹਨੂੰ ਜਹਾਂਗੀਰ ਤੋਂ ਫੜਿਆ ਅਤੇ ਸਜ਼ਾਵਾਂ ਦਿੱਤੀਆਂ ਔਰ ਸੰਸਾਰ ਨੂੰ ਇਹ ਦੱਸਿਆ। ਅਤੇ ਜਿਸ ਵੇਲੇ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਉਸ ਵੇਲੇ ਮਸੰਦਾਂ ਨੂੰ ਬੜਾ ਫਿਕਰ ਪੈ ਗਿਆ ਬਈ ਛੋਟੀ ਜਿਹੀ ਉਮਰ ਹੈ, ਸਰਕਾਰ ਦੇ ਨਾਲ ਮੱਥਾ ਲਾ ਲਿਆ, ਗਾਂ ਵੱਡਾ ਵਜ਼ੀਰ ਹੈ ਜਹਾਂਗੀਰ ਦਾ, ਉਹਦੇ ਨੱਥ ਕਿਵੇਂ ਮਾਰਨਗੇ? ਜਾ ਕੇ ਮਾਤਾ ਜੀ ਨੂੰ, ਮਾਤਾ ਗੰਗਾ ਜੀ ਨੂੰ ਜਾ ਕੇ ਦੱਸਦੇ ਆ, ਮਾਤਾ ਜੀ ਸਾਹਿਬਜ਼ਾਦੇ ਨੇ ਐਡਾ ਵੱਡਾ ਐਲਾਨ ਕਰਤਾ ਅੱਜ। ਅਤੇ ਮਾਤਾ ਜੀ ਸਭ ਜਾਣਦੇ ਆ, ਕਹਿੰਦੇ ਕੋਈ ਗੱਲ ਨਹੀਂ, ਜੇ ਕੀਤਾ ਤਾਂ ਫਿਰ ਕਰੇਗਾ ਵੀ, ਅਤੇ ਸਮਾਂ ਆਉਣ 'ਤੇ ਉਹ ਸਭ ਕੁਝ ਹੋਇਆ। ਅਤੇ ਅੱਜ ਦੇ ਦਿਨ 'ਤੇ ਫਿਰ ਅਕਾਲ ਤਖਤ ਸਾਹਿਬ ਜੀ ਮਹਾਰਾਜ ਦਾ ਆਰੰਭਤਾ ਹੋਈ, ਰਚਨਾ ਰਚੀ ਗਈ। ਅਕਾਲ ਬੁੰਗਾ ਪਹਿਲਾ ਨਾਮ ਰੱਖਿਆ ਗਿਆ, ਅੱਗੇ ਚੱਲ ਕੇ ਉਸ ਦਾ ਨਾਮ ਅਕਾਲ ਤਖਤ ਹੋ ਗਿਆ। ਤੋ ਖੈਰ ਆਪੇ ਤਖਤ ਬਹੇ ਸੱਚ ਨਿਆਈ, ਅੱਜ ਦੀ ਪੰਕਤੀ ਵੀ ਇਸੇ ਵਿਸ਼ੇ 'ਤੇ ਆ ਗਈ। ਕਹਿੰਦੇ ਉਹ ਆਪ ਹੀ ਤਖਤ ਉੱਤੇ ਬੈਠ ਕੇ ਫਿਰ ਸੱਚ ਦਾ ਨਿਆਂ ਕਰਦਾ ਹੈ। ਫਿਰ ਸਤਿਗੁਰਾਂ ਨੇ ਜੋ ਸੰਸਾਰੀ ਤੌਰ 'ਤੇ ਰਾਜਨੀਤੀ ਦੇ ਨਿਆਂ ਸਨ, ਦੁਖੀ ਲੋਕਾਂ ਨੇ ਆ ਕੇ ਬੇਨਤੀਆਂ ਕਰਨੀਆਂ, ਸਤਿਗੁਰਾਂ ਨੇ ਉੱਥੇ ਬੈਠ ਕੇ ਫਿਰ ਨਿਆਂ ਕਰਨੇ। ਔਰ ਸਿੱਖਾਂ ਨੇ ਆ ਕੇ ਕਹਿਣਾ ਜੀ ਰਸਤੇ ਵਿੱਚ ਸਾਨੂੰ ਕੁਝ ਮੁਗਲਾਂ ਨੇ, ਪਠਾਨਾਂ ਨੇ, ਕੁਝ ਹਿੰਦੂਆਂ ਨੇ, ਰੰਗੜਾਂ ਨੇ ਸਾਨੂੰ ਲੁੱਟ ਲਿਆ। ਅਤੇ ਪਾਤਸ਼ਾਹ ਨੇ ਕਹਿਣਾ ਖਾਲੀ ਹੱਥ ਕਿਉਂ ਤੁਰਦੇ ਹੋ? ਹੱਥ ਵਿੱਚ ਹੁਣ ਵਰਸ਼ੇ, ਤਲਵਾਰਾਂ, ਸ਼ਸਤਰ, ਨੇਜੇ, ਭਾਲੇ ਰੱਖੋ। ਜੇ ਕੋਈ ਰਸਤੇ ਵਿੱਚ ਡਿਸਟਰਬ ਕਰਦਾ ਤਾਂ ਫਿਰ 2 ਹੱਥ ਕਰੋ, ਵੱਧ ਤੋਂ ਵੱਧ 1-2 ਸ਼ਹੀਦ ਹੋ ਜਾਣਗੇ, ਪਰ ਗਾਹਾਂ ਨੂੰ ਇਹ ਲੋਕ ਰੁਕ ਜਾਣਗੇ, ਨਹੀਂ ਤਾਂ ਇਹ ਰੁਕਣੇ ਨਹੀਂ। ਇਹ ਕੋਈ ਸਤਨਾਮ ਸੀ। ਫਿਰ ਅੱਗੇ ਚੱਲ ਕੇ ਮੌਕੇ ਦੇ ਬਾਦਸ਼ਾਹ ਸ਼ਾਹਜਹਾਂ ਦੇ ਨਾਲ 4 ਜੰਗਾਂ ਹੋਈਆਂ ਸਤਿਗੁਰੂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ। ਪਹਿਲੀ ਜੰਗ ਬਾਜ ਪਿੱਛੇ ਹੋਈ, ਸਤਿਗੁਰੂ ਵੀ ਸ਼ਿਕਾਰ ਖੇਡਣ ਗਏ ਆਪਣੇ ਬਾਜਾਂ ਸਾਜਾਂ ਦੇ ਨਾਲ, ਅਤੇ ਸ਼ਾਹਜਹਾਂ ਵੀ ਆਇਆ ਅਤੇ ਕਿਤੇ ਉਸ ਦਾ ਬਾਜ ਜਿਹੜਾ ਸੀਗਾ ਉਹ ਉੱਡਦਾ ਉੱਡਦਾ ਗੁਰੂ ਪਿਆਰਿਓ ਆਕਾਸ਼ 'ਤੇ ਚੜ੍ਹਿਆ, ਅਤੇ ਇੱਧਰੋਂ ਸਤਿਗੁਰਾਂ ਦਾ ਛੱਡਿਆ ਹੋਇਆ ਬਾਜ ਉੱਡਿਆ ਅਤੇ ਉਹਦੇ ਬਾਜ ਨੂੰ ਘੇਰ ਲਿਆ। ਔਰ ਉਹਦੇ ਬਾਜ ਨੂੰ ਘੇਰ ਕਰਕੇ ਲਿਆ ਕਰਕੇ ਹਰਗੋਬਿੰਦ ਸਾਹਿਬ ਦੇ ਮੂਹਰੇ ਸਿੱਟਤਾ ਜਿਉਂਦਾ, ਅਤੇ ਹਰਗੋਬਿੰਦ ਸਾਹਿਬ ਜੀ ਨੇ ਸੰਭਾਲ ਲਿਆ। ਅਤੇ ਮੁੜ ਕੇ ਸ਼ਾਹਜਹਾਂ ਦੇ ਬੰਦੇ ਜਿਹੜੇ ਸਨ ਉਹ ਲੈਣ ਵਾਸਤੇ ਆਏ, ਲੱਭਦੇ ਲੱਭਦੇ ਕਹਿੰਦੇ ਬਾਜ ਦਿਓ, ਇਹ ਸ਼ਾਹਜਹਾਂ ਦਾ ਬਾਜ ਹੈ। ਪਾਤਸ਼ਾਹ ਕਹਿੰਦੇ ਸਾਡੇ ਬਾਜ ਨੇ ਜਿੱਤਿਆ, ਇਹ ਨਹੀਂ ਮਿਲਣਾ ਹੁਣ। ਕਹਿੰਦੇ ਤਾਂ ਦੇਣਾ ਪੈਣਾ। ਬਾਬਾ ਕਹਿੰਦੇ ਬਾਜ ਦੇਣਾ ਪੈਣਾ, ਅਸੀਂ ਤੁਹਾਡੇ ਕੋਲੋਂ ਤਾਜ ਅਤੇ ਰਾਜ ਵੀ ਵਾਪਸ ਲੈਣਾ। ਹੁਣ ਕਹੋ ਸਤਨਾਮ ਸ੍ਰੀ, ਤੁਸੀਂ ਬਾਜ ਦੀ ਗੱਲ ਕਰਦੇ ਹੋ, ਅਸੀਂ ਤੁਹਾਡੇ ਕੋਲੋਂ ਬਾਜ, ਤਾਜ, ਰਾਜ ਸਭ ਕੁਝ ਵਾਪਸ ਲੈਣਾ, ਹੁਣ ਇਹ ਬਾਜ ਨਹੀਂ ਮਿਲਣਾ। ਫਿਰ ਉਸ ਬਾਜ ਪਿੱਛੇ ਪਹਿਲੀ ਜੰਗ ਹੋਈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਉਸ ਬਾਜ ਨੂੰ ਪ੍ਰਾਪਤ ਕਰਨ ਦੇ ਲਈ। ਖੈਰ ਫਿਰ ਸਤਿਗੁਰੂ ਆਪ ਹੀ ਜਿੱਥੇ 5ਵੇਂ ਪਾਤਸ਼ਾਹ ਜੀ ਨੇ ਸ਼ਾਂਤੀ ਨਾਲ ਪ੍ਰਚਾਰ ਕੀਤਾ, ਉੱਥੇ 6ਵੇਂ ਪਾਤਸ਼ਾਹ ਨੇ ਅਕਾਲ ਤਖਤ ਦੀ ਰਚਨਾ ਕੀਤੀ। ਆਪੇ ਤਖਤ ਵਹੈ ਸੱਚ ਨਿਆਈ, ਸਭ ਚੋਕੀ ਕੂਕ ਪੁਕਾਰਿਆ ਜੀਓ। ਜਿਹੜੇ ਲੋਕ ਆ ਕੇ ਪੁਕਾਰ ਕਰਦੇ ਸੀ, ਕੂਕਦੇ ਸੀ, ਬੇਨਤੀਆਂ ਕਰਦੇ ਸੀ, ਅਤੇ ਉਹਨਾਂ ਦੀਆਂ ਕੂਕਾਂ ਖਤਮ ਕੀਤੀਆਂ, ਉਹਨਾਂ ਦੀਆਂ ਪੁਕਾਰਾਂ ਸੁਣੀਆਂ ਅਤੇ ਉਹਨਾਂ ਨੂੰ ਸੁੱਖ ਦਿੱਤਾ। ਜੇ ਹਾਂ ਡਿੱਠਾ ਮੈਂ ਤੇ ਹੋ ਕਹਿਆ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੈਸਾ ਮੈਂ ਆਪਣੇ ਗੁਰੂ ਨੂੰ ਦੇਖਿਆ,
जैसा मैं फील किया जोगी साहब, मैं अपने अनुभव की गल सुनाई है तैनू। जोगी ने पूछया सीगा जी असी कई तरह के साज वेखदे हाँ, ढोल नगारे, चमड़े नाल वजन वाले, तारां नाल वजन वाले तंती साज, हवा नाल वजन वाले पखावज बाजे आदि, तौड़े ते हथ मार के वजाउंदे आ उहनूं नाद साज कहंदे आ। ਇਹ ਅਣਹਦ ਵਾਜੇ ਕੀ ਹੁੰਦੇ ਆ, ਤੇ ਅਣਹਦ ਵਾਜਿਆਂ ਦੀ ਗੱਲ ਫਿਰ ਪੰਜਵੇਂ ਪਾਤਸ਼ਾਹ ਜੀ ਨੇ ਸਮਝਾਉਣੀ ਕੀਤੀ ਹੈ ਇੱਥੇ ਕਿ ਇਹ ਮਨੁੱਖ ਦੇ ਅੰਦਰ ਹੀ ਵੱਜਦੇ ਆ, ਅੰਦਰੋਂ ਹੀ ਸੁਣੇ ਜਾਂਦੇ ਆ। ਜਦੋਂ ਸਾਰੇ ਪਾਸਿਓਂ ਧਿਆਨ ਤੋੜ ਕੇ ਬੰਦਾ ਅੰਦਰ ਜਾਊਗਾ, ਫਿਰ ਘਰੇ ਆਪਣੇ ਗ੍ਰਹਿ ਮੇਂ ਆਇਆ, ਜੋ ਲੋੜੀਂਦਾ ਸੋਈ ਪਾਇਆ। ਫਿਰ ਅੰਦਰੋਂ ਸਭ ਕੁਝ ਮਿਲੇਗਾ। ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ। ਜਿਹਨੇ ਰਸ ਮਾਣਿਆ ਉਹਨੂੰ ਪਤਾ ਹੈ, ਤੇ ਦੂਜੇ ਨੂੰ ਤਾਂ ਆਊਗਾ ਜੀ ਉਸ ਨੂੰ ਇਸ ਗੱਲ ਦੀ ਸਮਝ ਆ ਜਾਵੇ, ਉਹ ਵੀ ਇਹ ਤਜਰਬਾ ਕਰ ਲੇ। ਨਹੀਂ ਤਾਂ ਫਿਰ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਇਹ ਗੂੰਗੇ ਵਾਲੀ ਅਵਸਥਾ ਹੈ। ਜਿਹਨੂੰ ਅਨੁਭਵ ਹੋਇਆ ਉਸੇ ਨੂੰ ਪਤਾ ਹੈ, ਉਹੀ ਇਸ ਵਿਸ਼ੇ 'ਤੇ ਗੱਲ ਕਰ ਸਕਦਾ। ਅਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਇਸ ਦਾ ਰਸ ਆਇਆ, ਕਿਹਨਾਂ ਨੂੰ? ਜਿਨ੍ਹਾਂ ਨੇ ਇਹ ਭੇਦ ਜਾਣਿਆ। ਜੋਤੀ ਜੋਤ ਮਿਲੀ ਸੁਖ ਪਾਇਆ, ਉਹਨਾਂ ਦੀ ਜੋਤ ਨੇਤਰਾਂ ਦੀ ਪਰਮੇਸ਼ਰ ਦੀ ਜੋਤ ਨਾਲ ਮਿਲ ਗਈ। ਦੂਸਰਾ ਅਰਥ ਇਹ ਹੈ ਕਿ ਅੱਖਾਂ ਦੀ ਜੋਤ ਜੋਤੀ ਸਰੂਪ ਚਿਹਰੇ ਨਾਲ ਜਦੋਂ ਮਿਲ ਗਈ, ਭਾਵੇਂ ਸਿਮਰਨ ਦੀ ਖੇਡ ਹੈ, ਨਿਜ ਸਰੂਪ ਨਾਲ ਜੁੜਨਾ, ਪਲਕਾਂ ਨੀਵੀਆਂ ਕਰਕੇ ਆਪਣੇ ਆਪੇ ਦਾ ਧਿਆਨ ਧਰ ਕੇ ਜਪਣਾ ਵਾਹਿਗੁਰੂ 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 ਜਪੋ ਵਾਹਿਗੁਰੂ 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 ਵਾਹਿਗੁਰੂ। ਇਸ ਤਰ੍ਹਾਂ ਆਪਣੇ ਨੇਤਰਾਂ ਨੂੰ ਆਪਣੇ ਜੋਤੀ ਸਰੂਪ ਮਤਲਬ ਆਪਣੇ ਚਿਹਰੇ ਦਾ ਧਿਆਨ ਧਰਦੇ ਹੋਏ, ਆਪਣੀ ਜੀਭ ਨਾਲ ਵਾਹਿਗੁਰੂ ਉਚਾਰਦੇ, ਆਪਣੇ ਕੰਨਾਂ ਨਾਲ ਸੁਣਦੇ ਹੋਏ ਇਹਨਾਂ ਸਾਰੇ ਪੁਆਇੰਟਾਂ ਨੂੰ ਇਕੱਠੇ ਕਰਨਾ। ਤ੍ਰਿਤੀਆ ਤੀਨੇ ਸਮ ਕਰ ਲਿਆਵੇ। ਤਿੰਨ ਹੋ ਗਏ ਬੋਲਣਾ, ਸੁਣਨਾ ਅਤੇ ਦੇਖਣਾ, ਅਤੇ ਪੰਜ ਵੀ ਹੋ ਗਏ ਦੋ ਅੱਖਾਂ ਦੋ ਕੰਨ ਤੇ ਇੱਕ ਰਸਨਾ। ਪੰਚਾਂ ਕਾ ਗੁਰ ਏਕ ਧਿਆਨ। ਜਦੋਂ ਇਹਨਾਂ ਪੰਜਾਂ ਨੂੰ ਇੱਕ ਦੇ ਨਾਲ ਜੋੜ ਕੇ ਜਪਾਂਗੇ, ਕਹੋ ਸਤਨਾਮ, ਫਿਰ ਗੱਲ ਬਣ ਜਾਣੀ ਆ। ਪ੍ਰੀਤਮ ਜੀ ਕਹਿੰਦੇ ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਤੇ ਫਿਰ ਬਾਹਰ ਤੁਹਾਨੂੰ ਸਾਰਾ ਪਸਾਰਾ ਇੱਕ ਦਾ ਹੀ ਦਿਖਾਈ ਦੇਵੇਗਾ। ਜਿਵੇਂ ਭਾਈ ਕਨ੍ਹਈਆ ਜੀ ਨੂੰ ਫੌਜ ਵਿੱਚ ਕੋਈ ਦਿਸਦਾ ਹੀ ਨਹੀਂ ਹੋਰ, ਤੇ ਗੁਰੂ ਸਾਹਿਬ ਜੀ ਵੀ ਉਹਦੀ ਇਹ ਗੱਲ ਸੁਣ ਕੇ ਸਮਝਦੇ ਆ ਕਿ ਭਾਈ ਕਨ੍ਹਈਆ ਚੌਥੀ ਕਲਾਸ 'ਚ ਹੋ ਗਿਆ, ਤੇ ਸ਼ਕਾਉਤ ਲਾਉਣ ਵਾਲੇ ਹਜੇ ਪਹਿਲੀ ਦੂਜੀ 'ਚ ਫਿਰਦੇ ਆ। ਕਹੋ ਸਤਨਾਮ ਸੀ। ਜਿਹੜੇ ਪਹਿਲੀ ਦੂਜੀ ਵਾਲੇ ਉਹਨਾਂ ਨੂੰ ਚੌਥੀ ਕਲਾਸ ਵਾਲਿਆਂ ਦਾ ਕੀ ਪਤਾ ਕਿੱਥੇ ਪਹੁੰਚਿਆ ਹੋਇਆ ਉਹ, ਪਰ 10ਵੇਂ ਪਾਤਸ਼ਾਹ ਜਾਣਦੇ ਆ। ਤੇ ਉਹਨਾਂ ਨੇ ਭਾਈ ਕਨ੍ਹਈਏ ਨੂੰ ਦੁਸ਼ਮਣ ਨੂੰ ਪਾਣੀ ਪਿਆਉਣ ਤੋਂ ਰੋਕਿਆ ਨਹੀਂ, ਬਲਕਿ ਪੱਟੀਆਂ ਬੰਨ੍ਹਣ ਦਾ ਹੁਕਮ ਵੀ ਦੇ ਤਾ। ਕਹੋ ਸਤਨਾਮ ਸ੍ਰੀ, ਕਿਉਂਕਿ ਇਹਨੇ ਸਾਰਿਆਂ ਵਿੱਚ ਉਸ ਇੱਕ ਨੂੰ ਦੇਖ ਲਿਆ। ਜਿਨ੍ਹਾਂ ਦੀ ਜੋਤ ਜੋਤੀ ਨਾਲ ਰਲ ਗਈ, ਫਿਰ ਉਹਨਾਂ ਨੂੰ ਸਾਰਿਆਂ ਵਿੱਚੋਂ ਇੱਕ ਦਾ ਪਸਾਰਾ ਦਿਖਾਈ ਦੇਣ ਲੱਗ ਗਿਆ। ਜੋਤੀ ਜੋਤ ਮਿਲੀ ਸੁਖ ਪਾਇਆ, ਜਾਂ ਨਾਨਕ ਇੱਕ ਪਸਾਰਿਆ ਜੀਓ। ਇਸੀ ਪਵਿੱਤਰ ਸ਼ਬਦ ਦੀ ਵਿਚਾਰ। ਅਗਲਾ ਸ਼ਬਦ ਵੀ ਇਸੇ ਵਿਸ਼ੇ 'ਤੇ ਪੰਜਵੇਂ ਪਾਤਸ਼ਾਹ ਜੀ ਰਚਦੇ ਆ। ਮਾਝ ਮਹੱਲਾ ਪੰਜਵਾ। ਜਿਤ ਘਰ ਪਿਰ ਸੁਹਾਗ ਬਣਾਇਆ। ਜਿਸ ਘਰ ਦੇ ਵਿੱਚ ਪਤੀ ਆ ਗਿਆ, ਤੇ ਇੱਥੇ ਭਾਵ ਜਿਸ ਹਿਰਦੇ ਵਿੱਚ ਮਾਲਕ ਵਸ ਗਿਆ,
ਤਿਤ ਕਰ ਸਖੀਏ ਮੰਗਲ ਗਾਇਆ। ਵਿਆਹ ਹੁੰਦਾ ਨਾ, ਜਿੱਥੇ ਲਾੜਾ ਵਿਆਹੁਣ ਆਉਂਦਾ ਉੱਥੇ ਗੀਤ ਗਾਏ ਜਾਂਦੇ ਆ, ਅਤੇ ਜਿੱਥੇ ਇਹ ਲਾੜਾ ਆ ਕੇ ਵਸ ਗਿਆ ਉੱਥੇ ਸਾਡੀਆਂ ਇੰਦਰੀਆਂ ਗੀਤ ਗਾਉਣਗੀਆਂ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ, ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੇ ਆਈਆਂ। ਅਤੇ ਸ਼ਬਦ ਵਿਆਹ ਦੇ ਗਾਏ ਜਾਣਗੇ ਨਾ ਫਿਰ ਮਾਲਕ ਦੇ ਮਿਲਾਪ ਦੇ। ਸਬਦੋ ਤਾਂ ਗਾਵੋ ਹਰੀ ਕੇਰਾ ਮਨ, ਜਿਨੀ ਵਸਾਇਆ ਕਹੈ ਨਾਨਕ ਇਹੋ। ਹਾਹੀ ਔਂਕੜ ਲੱਗਿਆ ਇਹੋ, ਇਹੋ ਆਪਣੇ ਵੱਲ ਇਸ਼ਾਰਾ, ਆਪਣੇ ਸਰੀਰ ਵੱਲ ਇਸ਼ਾਰਾ। ਪਾਤਸ਼ਾਹ ਜੀ ਕਹਿੰਦੇ ਇਹੋ, ਇਹਦੇ ਵਿੱਚ ਵੜੋ, ਬਾਹਰ ਨਾ ਜਾਓ ਇਸ ਤੋਂ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਇਹ ਗੱਲ ਸਮਝੀ ਗੁਰੂ ਕੋਲੋਂ ਜਾਣੀ ਆ। ਇਹ ਸ਼ਬਦ ਦੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਗੁਰੂ ਕਿਰਪਾ ਕਰਨ, ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।